ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਮੈਂ ਅੰਧੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਦਰਿਆਓ ਤੂੰ ਦੇਹੰਦ ਤੂੰ, ਬਿਸਿਆਰ ਤੂੰ ਤਨੀ। ਦੇਹ ਲੇਹ ਏਕ ਤੂੰ, ਦਿਗਰ ਕੋ ਨਹੀਂ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਨਾਮੇ ਚੇ ਸੁਆਮੀ, ਬਖਸ਼ੰਦ ਤੂੰ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਤੇ ਜਿੱਥੇ ਜਿੱਥੇ ਵੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਸਾਂਝ ਪਾਉਣ ਦੇ ਚਾਹਵਾਨ ਉਤਸ਼ਾਹੀ ਗੁਰਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਕੀਰਤਨ ਅਤੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਹਿੱਤ ਸੱਜੇ ਬੈਠੇ ਹੋ। ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਸਮਾਂ ਸਾਨੂੰ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਨ ਦੇ ਲਈ ਪ੍ਰਾਪਤ ਹੋਇਆ ਹੈ, ਅਤੇ ਅਸੀਂ ਇਸ ਦੀ ਬੜੀ ਸੁਚੱਜੀ ਵਰਤੋਂ ਸਤਿਗੁਰਾਂ ਦੀ ਬਾਣੀ ਦੇ ਰਾਹੀਂ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼, ਜਿਸ ਦੀ ਕਿ ਆਪ ਜੀ ਲੜੀਵਾਰ ਵਿਚਾਰ ਵਿੱਚ ਹਿੱਸਾ ਪਾ ਰਹੇ ਹੋ, ਇੱਕ ਅਸ਼ਟਪਦੀ ਦੀ ਵਿਚਾਰ ਜੋ ਕਿ ਕੱਲ ਤੋਂ ਆਰੰਭ ਹੋਈ ਅਸ਼ਟਪਦੀ ਹੈ, ਜਿਸ ਦੇ ਕੁੱਲ 4 ਬੰਦ ਕੱਲ ਦੇ ਦੀਵਾਨ ਵਿੱਚ ਵਿਚਾਰੇ ਗਏ ਸਨ। ਥੋੜਾ ਕੁ ਉਸ ਦੇ ਕੇਂਦਰੀ ਭਾਵ ਨੂੰ ਸਮਝ ਲਈਏ ਤਾਂ ਕਿ ਅਗਲੀਆਂ ਪੰਕਤੀਆਂ ਨੂੰ ਸਮਝਣ ਦੇ ਵਿੱਚ ਥੋੜੀ ਆਸਾਨੀ ਤੇ ਸਹਾਇਤਾ ਮਿਲ ਸਕੇਗੀ। ਸਤਿਗੁਰੂ ਜੀ ਨੇ ਰਹਾਉ ਦੇ ਬੰਦ ਵਿੱਚ ਫਰਮਾਇਆ ਹੈ, ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ। ਗੁਰੂ ਸ਼ਬਦ ਤੋਂ ਬਿਨਾਂ ਮਨ ਦਾ ਟਿਕਾਣਾ ਨਹੀਂ ਬਣਦਾ, ਮਨ ਨੂੰ ਥਾਂ ਨਹੀਂ ਮਿਲਦਾ, ਮਨ ਟਿਕਦਾ ਨਹੀਂ ਹੈ ਨਿਜ ਘਰ ਵਿੱਚ।
ਸਤਿਗੁਰੂ ਜੀ ਆਖਦੇ ਸਿਮਰੋ RAM ਨਾਮ ਅਤ ਨਿਰਮਲ। ਜੋ ਸਭਨਾ ਤੋਂ ਪਵਿੱਤਰ ਚੀਜ਼ ਹੈ ਪ੍ਰਭੂ ਦੇ ਉਸ ਸਰਵ ਵਿਆਪਕ ਅਕਾਲ ਪੁਰਖ ਜੀ ਦੇ ਨਾਮ ਨੂੰ ਸਿਮਰੋ, ਯਾਦ ਕਰੋ। ਅਤੇ ਇਸ ਨਾਮ ਦੇ ਨਾਲ ਸਾਂਝ ਪਾ ਕੇ ਸਤਿਗੁਰੂ ਜੀ ਆਖਦੇ ਅਵਰ ਤਿਆਗੋ ਹਉਮੈ ਕੌਰਾ। ਹੋਰ ਜੋ ਕੌੜੇ ਪ੍ਰਭਾਵ ਵਾਲੀਆਂ ਚੀਜ਼ਾਂ ਹਨ, ਭਾਵ ਵਿਕਾਰ ਹਨ, ਔਗਣ ਹਨ, ਦੁਰਵਿਵਹਾਰ ਹੈ, ਮਾੜਾ ਜੀਵਨ ਢੰਗ ਹੈ, ਉਸ ਨੂੰ ਤਿਆਗ ਦਿਓ, ਹਉਮੈ ਦਾ ਤਿਆਗ ਕਰ ਦਿਓ। ਇਸੇ ਹੀ ਖਿਆਲ ਨੂੰ ਸਤਿਗੁਰੂ ਜੀ ਬਾਕੀ ਸਾਰੀ ਅਸ਼ਟਪਦੀ ਦੇ ਵਿੱਚ ਵਿਆਖਿਆ ਕਰ ਰਹੇ ਨੇ, ਕਿਉਂਕਿ ਇਸ ਅਸ਼ਟਪਦੀ ਦੇ ਵਿਚਾਰ ਸਤਿਗੁਰੂ ਜੀ ਨੇ ਮਨ ਨਾਲ ਸੰਬੰਧਿਤ ਕਰਕੇ ਉਚਾਰਨ ਕੀਤੇ ਨੇ। ਮਨ ਦੀ ਬਾਤ, ਮਨ ਦੀ ਗੱਲ ਸਤਿਗੁਰੂ ਜੀ ਸਾਰੀ ਅਸ਼ਟਪਦੀ ਦੇ ਵਿੱਚ ਕਿਰਪਾ ਕਰਕੇ ਬਿਆਨ ਕਰ ਰਹੇ ਨੇ। ਇਸ ਕਰਕੇ ਸਤਿਗੁਰੂ ਜੀ ਇਹਨਾਂ ਪੰਕਤੀਆਂ ਦੀ ਵਿਆਖਿਆ ਹੀ ਬਾਕੀ ਸਾਰੀ ਅਸ਼ਟਪਦੀ ਦੇ ਵਿੱਚ 9 ਬੰਦਾਂ ਦੇ ਵਿੱਚ ਕਰ ਰਹੇ ਨੇ। ਜਿਸ ਬੰਦ ਤੋਂ ਅਸੀਂ ਆਪਣੀ ਵਿਚਾਰ ਸ਼ੁਰੂ ਕਰਨੀ ਹੈ, 5ਵਾਂ ਬੰਦ, ਜਿਸ ਵਿੱਚ ਸਤਿਗੁਰੂ ਕਹਿੰਦੇ ਮਨ ਬੈਰਾਗੀ ਹਉਮੈ ਤਿਆਗੀ, ਘਟ ਘਟ ਮਨਸਾ ਦੁਬਦਾ ਲਾਗੀ, RAM ਰਸਾਇਣ ਗੁਰਮੁਖ ਚਾਖੈ, ਦਰ ਘਰ ਮਹਿਲੀ ਹਰ ਪਤ ਰਾਖੈ। ਕਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਸਾਰਾ ਕੁਝ ਛੱਡ ਛਡਾ ਕੇ ਵੈਰਾਗ ਧਾਰਨ ਕਰ ਲਵਾਂ। ਸਰੀਰ ਦਾ ਕੁਝ ਇਹੋ ਜਿਹਾ ਭੇਖ ਬਣਾਇਆ, ਲਿਬਾਸ ਪਹਿਨਿਆ ਤੇ ਕੁਝ ਇੱਕਾ ਦੁੱਕਾ ਵਿਖਾਵੇ ਦੇ ਕਰਮ ਕੀਤੇ। ਮਨੁੱਖ ਨੇ ਮਨ ਦੇ ਆਖੇ ਲੱਗ ਕੇ ਤੇ ਦੁਨੀਆ ਨੇ ਕਹਿ ਦਿੱਤਾ ਇਹ ਬੰਦਾ ਵੈਰਾਗੀ ਹੋ ਗਿਆ। ਕਦੇ ਮਨ ਅੰਦਰ ਖਿਆਲ ਆਇਆ ਕਿ ਹਉਮੈ ਦਾ ਤਿਆਗ ਕਰਦਿਆਂ ਤਾਂ ਸਰੀਰ ਦੇ ਰਾਹੀਂ ਥੋੜੇ ਬਹੁਤ ਕਰਮ ਕਰ ਲਏ। ਇਹ ਮਨ ਜੋਗੀ ਭੋਗੀ ਤਪ ਤਪ ਹੈ। ਕੱਲ ਦੇ ਬਚਨਾਂ ਵਿੱਚ ਆਪਾਂ ਵਿਚਾਰ ਕੀਤੀ ਹੈ ਇਸ ਪੰਕਤੀ ਦੀ। ਕਦੇ ਮਨ ਵਿੱਚ ਖਿਆਲ ਆਇਆ ਕਿ ਜੋਗ ਧਾਰਨ ਕਰਾਂ ਤੇ ਗ੍ਰਸਤ ਜੋ ਕਿ ਮਾਇਆ ਦਾ ਪ੍ਰਭਾਵ ਵਾਲਾ ਰਸਤਾ ਹੈ, ਇਸ ਨੂੰ ਛੱਡਦਿਆਂ ਮਾਇਆ ਤੋਂ ਪਰੇ ਚਲਿਆ ਜਾਵਾਂ। ਕਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਪਦਾਰਥਾਂ ਦਾ ਰਸ ਮਾਣਾ, ਖਾਵਾਂ ਪੀਵਾਂ, ਐਸ਼ ਕਰਾਂ ਤੇ ਜੀਵਨ ਨੂੰ ਸੋਹਣੇ ਢੰਗ ਨਾਲ ਜੀ ਲਵਾਂ। ਕਦੇ ਮਨ ਅੰਦਰ ਖਿਆਲ ਆਇਆ, ਮਨ ਇਸ ਗੱਲ ਤੋਂ ਪ੍ਰਭਾਵਿਤ ਹੋ ਗਿਆ ਕਿ ਕਿਉਂ ਨਾ ਸਰੀਰ ਨੂੰ ਤਪਾ ਕੇ, ਖਪਾ ਕੇ, ਕਸ਼ਟ ਦੇ ਕੇ, ਕਠਨ ਤਪ ਤਪੱਸਿਆ ਸਾਧ ਕੇ ਮੈਂ ਆਪਣੇ ਜੀਵਨ ਦਾ ਭਲਾ ਕਰ ਲਵਾਂ। ਜਿਹੋ ਜਿਹੇ ਖਿਆਲ ਮਨ ਵਿੱਚ ਉਪਜਦੇ ਰਹੇ, ਮਨੁੱਖ ਉਹ ਜਿਹੇ ਕਰਮ ਕਰਦਾ ਰਿਹਾ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਜੀਵਨ ਦੀ ਬੁਨਿਆਦ ਮਨ ਹੈ। ਸਾਰਾ ਕੁਝ ਮਨ ਦੇ ਉੱਤੇ ਟਿਕਿਆ ਹੋਇਆ। ਜਿਹੋ ਜਿਹਾ ਵਿਚਾਰ ਮਨੁੱਖ ਦੇ ਮਨ ਵਿੱਚ ਆਇਆ, ਉਹੋ ਜਿਹਾ ਕਰਮ ਤੇ ਵਿਹਾਰ ਮਨੁੱਖ ਦਾ ਬਣ ਜਾਵੇਗਾ, ਹੋ ਜਾਵੇਗਾ। ਇਹ ਵਿਚਾਰ ਮਨ ਵਿੱਚ ਆਉਂਦੇ ਗਏ ਤੇ ਬੰਦਾ ਉਹੋ ਜਿਹਾ ਬਣਦਾ ਗਿਆ, ਉਹੋ ਜਿਹਾ ਜੀਵਨ ਰਾਹ ਚੁਣਦਾ ਗਿਆ। ਸਤਿਗੁਰੂ ਜੀ ਦੀ ਬਾਣੀ ਨੇ ਆਖਿਆ, ਤੂੰ ਸਮਝਦਾ ਕਿ ਮੈਂ ਜੋਗੀ ਬਣ ਗਿਆ? ਨਹੀਂ, ਤੇਰੇ ਮਨ ਦੀ ਸ਼ਰਾਰਤ ਨੇ ਤੈਨੂੰ ਇਹ ਕੁਝ ਬਣਾਇਆ। ਤੂੰ ਸਮਝਦਾ ਮੈਂ ਕੁਝ ਇੱਕਾ ਦੁੱਕਾ ਕਰਮ ਕਰਕੇ, ਸਰੀਰ ਤੇ ਖਾਸ ਤਰ੍ਹਾਂ ਦਾ ਭੇਖ ਧਾਰਨ ਕਰਕੇ ਥੋੜਾ ਜਿਹਾ ਲੋਕਾਂ ਨਾਲੋਂ ਅੱਡ ਹੋ ਕੇ ਵੈਰਾਗੀ ਹੋ ਗਿਆ? ਨਹੀਂ, ਇਹ ਵੀ ਮਨ ਦੀ ਸ਼ਰਾਰਤ ਦਾ ਨਤੀਜਾ ਹੈ, ਸ਼ਰਾਰਤ ਦਾ ਨਤੀਜਾ ਹੈ। ਤੂੰ ਸਮਝਦਾ ਮੈਂ ਬਹੁਤ ਵੱਡਾ ਤਪੱਸਿਆਵਾਨ ਹੋ ਗਿਆ ਕਿਉਂਕਿ ਮੈਂ ਸਰੀਰ ਨੂੰ ਦੁੱਖ ਤੇ ਕਸ਼ਟ ਦੇ ਰਿਹਾ ਹਾਂ। ਸਤਿਗੁਰੂ ਜੀ ਆਖਦੇ ਨਹੀਂ, ਇਹ ਵੀ ਤੇਰੇ ਮਨ ਦੀ ਇੱਕ ਸ਼ਰਾਰਤ ਦਾ ਹੀ ਹਿੱਸਾ ਹੈ ਕਿ ਤੈਨੂੰ ਉਸਨੇ ਸਹੀ ਰਾਹ ਤੋਂ ਭਟਕਾ ਕੇ ਇਸ ਰਾਹੇ ਤੋਰ ਦਿੱਤਾ ਜਿੱਥੇ ਸਰੀਰ ਤਾਂ ਦੁਖੀ ਹੋ ਸਕਦਾ ਹੈ ਪਰ ਮਨ ਨੂੰ ਕੋਈ ਚੰਗਾ ਰਾਹ ਨਹੀਂ ਲੱਭ ਸਕਦਾ ਇਹਨਾਂ ਸਾਰੇ ਕੰਮਾਂ ਦੇ ਵਿੱਚੋਂ। ਕੋਈ ਵਿਅਕਤੀ ਪੁੱਠਾ ਲਟਕਿਆ ਹੋਇਆ ਸੀ ਤੇ ਉਸਨੇ ਜਟਾਵਾਂ ਵਧਾਈਆਂ ਹੋਈਆਂ, ਬੜਾ ਕਠਨ ਤਪ ਕਰ ਰਿਹਾ ਸੀ। ਕੋਈ ਸਿਆਣਾ ਵਿਅਕਤੀ ਉਸ ਰਾਹੇ ਗੁਜ਼ਰਿਆ, ਉਸ ਵੇਖਿਆ ਦਰਖਤ ਦੇ ਨਾਲ ਇੱਕ ਆਦਮੀ ਉਲਟਾ ਲਟਕਿਆ ਹੋਇਆ। ਉਹਦਾ ਹੀਆ ਪਿਆ, ਉਸਨੇ ਸੋਚਿਆ ਕਿ ਇਹਨੂੰ ਪੁੱਛ ਹੀ ਲਵਾਂ ਬਈ ਇਹਨੂੰ ਕਿਸ ਨੇ ਲਟਕਾਇਆ ਇਸ ਦਰਖਤ ਦੇ ਨਾਲ। ਪੁੱਛਿਆ, ਕਹਿਣ ਲੱਗਿਆ ਜੀ ਮੈਂ ਇੱਕ ਸਵਾਲ ਪੁੱਛ ਸਕਦਾ? ਉਹ ਉਲਟਾ ਲਟਕ ਕੇ ਤਪੱਸਿਆ ਕਰਨ ਵਾਲੇ ਬੰਦੇ ਨੇ ਆਖਿਆ, ਹਾਂ ਪੁੱਛੋ, ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗਿਆ ਜੀ ਮੈਨੂੰ ਤੁਹਾਡੇ ਵੱਲ ਵੇਖ ਕੇ ਬੜੀ ਹੈਰਾਨੀ ਹੋਈ ਹੈ, ਤੁਸੀਂ ਦਰਖਤ ਨਾਲ ਆਪਣੇ ਪੈਰ ਬੰਨੇ ਹੋਏ ਨੇ ਤੇ ਉਲਟੇ ਲਟਕੇ ਹੋਏ ਹੋ, ਆਖਰ ਤੁਹਾਨੂੰ ਕਿਹੜੇ ਗੁਨਾਹ ਦੀ ਸਜ਼ਾ ਕਿਸੇ ਨੇ ਦਿੱਤੀ ਹੈ? ਕੋਈ ਪਾਪ ਕੀਤਾ, ਕੋਈ ਗੁਨਾਹ ਕੀਤਾ? ਉਹ ਉਲਟਾ ਲਟਕੇ ਤਪੱਸਿਆ ਕਰਨ ਵਾਲਾ ਬੰਦਾ ਕਹਿਣ ਲੱਗਿਆ, ਨਹੀਂ ਮੈਂ ਕੋਈ ਗੁਨਾਹ ਨਹੀਂ ਕੀਤਾ ਹੈ, ਜਿਸ ਦੀ ਸਜ਼ਾ ਮੈਨੂੰ ਕਿਸੇ ਨੇ ਨਹੀਂ ਦਿੱਤੀ ਹੈ ਇੱਥੇ ਉਲਟਾ ਲਟਕਾ ਕੇ। ਦਰਅਸਲ ਮੈਂ ਤਪੱਸਿਆ ਕਰ ਰਿਹਾ।
ਤਪ ਸਾਧ ਰਿਹਾ। ਉਹ ਕਹਿਣ ਲੱਗੇ ਇਹ ਕਿਵੇਂ ਦਾ ਤਾਪ ਹੈ ਕਿ ਤੁਸੀਂ ਉਲਟੇ ਲਟਕੇ ਹੋਏ ਹੋ? ਕਹਿਣ ਲੱਗੇ ਮੈਂ ਇਸ ਕਰਕੇ ਉਲਟਾ ਲਟਕਿਆ ਕਿ ਇਹ ਮਨ ਸਾਰੀ ਜ਼ਿੰਦਗੀ ਉਲਟੇ ਪਾਸੇ ਹੀ ਬੰਦੇ ਨੂੰ ਲੈ ਕੇ ਜਾਂਦਾ ਹੈ। ਮੈਂ ਆਪਣੇ ਸਰੀਰ ਨੂੰ ਕਠਿਨ ਤਪ ਦੇ ਰਾਹੀਂ ਸਾਧ ਰਿਹਾ ਤਾਂ ਕਿ ਮੇਰਾ ਮਨ ਸਿੱਧੇ ਰਾਹ ਤੇ ਪਰਮਾਰਥ ਦੇ ਰਾਹ ਦੇ ਉੱਤੇ ਚੱਲ ਪਵੇ, ਧਰਮ ਦੇ ਮਾਰਗ ਦੇ ਉੱਤੇ ਚੱਲ ਪਵੇ। ਮਨ ਨੂੰ ਸਾਧਣ ਵਾਸਤੇ, ਮਨ ਨੂੰ ਸੋਧਣ ਵਾਸਤੇ ਤੇ ਮਨ ਨੂੰ ਨੇਕ ਰਾਹ ਤੇ ਲਿਜਾਣ ਵਾਸਤੇ, ਸਿੱਧੇ ਰਾਹ ਪਾਉਣ ਵਾਸਤੇ ਮੈਂ ਕਠਿਨ ਤਪ ਕਰ ਰਿਹਾ। ਕਦੇ ਉਲਟਾ ਲਟਕ ਕੇ ਕਰਦਾ, ਕਦੇ ਗਰਮੀ ਸਰਦੀ ਦੇ ਵਿੱਚ ਵਸਤਰਹੀਨ ਹੋ ਕੇ ਕਰਦਾ, ਕਦੇ ਭੁੱਖਾ ਰਹਿ ਕੇ, ਕਦੇ ਕਿਸੇ ਤਰ੍ਹਾਂ, ਕਦੇ ਕਿਸੇ ਤਰ੍ਹਾਂ। ਉਸ ਵਿਅਕਤੀ ਜਿਸ ਨੇ ਸਵਾਲ ਪੁੱਛਿਆ ਸੀ ਉਹ ਕਹਿਣ ਲੱਗਿਆ ਭਾਈ ਸਾਹਿਬ ਮੈਨੂੰ ਇਹ ਤਾਂ ਪਤਾ ਨਹੀਂ ਕਿ ਤੁਹਾਡਾ ਮਨ ਐਵੇਂ ਰਾਸ ਆਵੇ ਕਿ ਨਾ ਆਵੇ, ਪਰ ਮੈਨੂੰ ਜੋ ਨਜ਼ਰ ਆਉਂਦਾ ਹੈ ਉਹ ਇਹ ਹੈ ਕਿ ਮਨ ਨੂੰ ਸਾਧਣ ਦਾ ਹੋਰ ਵੀ ਕੋਈ ਤਰੀਕਾ ਹੋ ਸਕਦਾ ਸੀ ਜੇ ਤੁਸੀਂ ਲੱਭਦੇ, ਖੋਜਦੇ, ਭਾਲਦੇ, ਪੁੱਛਦੇ। ਕੋਈ ਇਹੋ ਜਿਹਾ ਤਰੀਕਾ ਵੀ ਹੋਵੇਗਾ ਜਿਸ ਨਾਲ ਸਿੱਧੇ ਸਾਦੇ ਢੰਗ ਨਾਲ ਮਨ ਵੀ ਵਸ ਵਿੱਚ ਆ ਜਾਂਦਾ ਹੋਵੇ, ਪਰ ਮੈਨੂੰ ਜੋ ਨਜ਼ਰ ਆ ਰਿਹਾ, ਜੋ ਮੇਰੀ ਸਮਝ ਵਿੱਚ ਆ ਰਿਹਾ ਉਹ ਇਹ ਹੈ ਕਿ ਤੁਸੀਂ ਉਲਟੇ ਲਟਕ ਕੇ ਮਨ ਨੂੰ ਸਿੱਧਾ ਨਹੀਂ ਕਰ ਸਕਦੇ। ਇਹ ਵੀ ਮਨ ਦੀ ਸ਼ਰਾਰਤ ਹੈ, ਉਹਨਾਂ ਤੁਹਾਨੂੰ ਉਲਟੇ ਜ਼ਰੂਰ ਲਟਕਾ ਦਿੱਤਾ ਹੈ। ਮਨ ਨੇ ਤੁਹਾਨੂੰ ਉਲਟਿਆਂ ਜ਼ਰੂਰ ਲਟਕਾ ਦਿੱਤਾ ਹੈ ਤੇ ਤੁਸੀਂ ਸੋਚਦੇ ਹੋ ਮੈਂ ਮਨ ਸਿੱਧਾ ਕਰ ਰਿਹਾ, ਦਰਅਸਲ ਮਨ ਹੀ ਤੁਹਾਨੂੰ ਸਿੱਧਿਆਂ ਕਰ ਰਿਹਾ ਹੈ। ਤੁਹਾਡੇ ਅੰਦਰ ਇਹ ਭੁਲੇਖਾ ਬਣਿਆ ਹੋਇਆ ਹੈ, ਵਰਮੀ ਮਾਰੀ ਸਾਂਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਮਨ ਹੱਠ ਕਿਨੇ ਨਾ ਪਾਇਓ, ਕਰ ਭੇਖ ਥੱਕੇ ਸਭ ਕੋਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨ ਦਾ ਹੱਠ ਕੀਤਾ, ਬੜਾ ਹੱਠ ਕੀਤਾ, ਸਰੀਰ ਨੂੰ ਕਸ਼ਟ ਦਿੱਤਾ, ਮਨ ਹੱਠ ਕੀਤਾ। ਮਨ ਹੱਠ ਕਿਨੇ ਨਾ ਪਾਇਓ। ਪਰ ਮਹਾਰਾਜ ਕਹਿੰਦੇ ਉਹ ਮਨ ਦਾ ਹੱਠ ਜਿਹੜਾ ਸੀ ਨਾ ਉਹ ਬੰਦੇ ਨੂੰ ਸਫਲਤਾ ਨਹੀਂ ਦੇ ਸਕਿਆ, ਬੰਦੇ ਨੂੰ ਸਫਲਤਾ ਨਹੀਂ ਦੇ ਸਕਿਆ। ਕਿੰਨੇ ਖੂਬਸੂਰਤ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਨੇ। ਕਬੀਰ ਸਾਹਿਬ ਜੀ ਦੇ ਕਹਿੰਦੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ। ਕਹਿੰਦੇ ਕਾਹਦਾ ਜਪ ਹੈ? ਤੂੰ ਜਪ ਕੀਤਾ, ਤੂੰ ਤਪ ਕੀਤਾ, ਤੂੰ ਵਰਤ ਰੱਖਿਆ, ਤੂੰ ਬੜੀਆਂ ਪੂਜਾ ਪ੍ਰਤਿਸ਼ਠਾ ਕੀਤੀਆਂ ਨੇ, ਪਰ ਕਹਿੰਦੇ ਕਿਆ ਜਪ। ਜਦੋਂ ਕਿਆ ਲਫ਼ਜ਼ ਆ ਗਿਆ ਤਾਂ ਇਹਦਾ ਮਤਲਬ ਹੈ ਇਸ ਚੀਜ਼ ਦਾ ਮੁੱਲ ਕੋਈ ਨਹੀਂ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਕਹਿੰਦੇ ਤੂੰ ਆਪਣੇ ਹਿਰਦੇ ਨੂੰ ਕਦੇ ਛਾਣਬੀਣ ਕਰਕੇ ਖੋਜ ਕੇ ਵੇਖਿਆ ਕਿ ਤੇਰੇ ਮਨ ਨੇ ਕਿਵੇਂ ਦੂਜੇ ਭਾਅ ਦੇ ਵਿੱਚ ਆਪਣੇ ਆਪ ਨੂੰ ਜੋੜਿਆ ਹੋਇਆ ਹੈ? ਉਹ ਦੂਜੇ ਭਾਅ ਦੇ ਵਿੱਚ ਲੱਗੇ ਹੋਏ ਵਿਅਕਤੀ ਤੇਰੀ ਪੂਜਾ ਦਾ ਅਰਥ ਵੀ ਕੋਈ ਚੰਗਾ ਨਹੀਂ ਨਿਕਲਣ ਵਾਲਾ। ਤੇਰੇ ਜਪ, ਤਪ, ਵਰਤ, ਪੂਜਾ ਇਹ ਸਾਰੇ ਕੰਮ ਦੂਜੇ ਭਾਅ ਦੇ ਵਿੱਚੋਂ ਪੈਦਾ ਹੋਏ ਕਰਮ ਹਨ। ਇਸ ਕਰਕੇ ਤੂੰ ਸੋਚਦਾ ਮੈਂ ਧਰਮ ਕਮਾ ਰਿਹਾ, ਪਰ ਦਰਅਸਲ ਇਹ ਦੂਜੇ ਭਾਅ ਦੇ ਵਿੱਚ ਲੱਗੇ ਹੋਏ ਬੰਦੇ ਦੀਆਂ ਨਿਸ਼ਾਨੀਆਂ ਹਨ, ਦੂਜੇ ਭਾਅ ਦੇ ਵਿੱਚ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਦੇਖੋ ਅਸੀਂ ਜਦੋਂ ਸੋਰਠ ਰਾਗ ਦੀ ਪੰਚਮ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਦੀ ਅਸ਼ਟਪਦੀ ਦਾ ਪਾਠ ਕਰਦੇ ਹਾਂ ਤਾਂ ਬੜੇ ਧਿਆਨ ਨਾਲ ਸਾਨੂੰ ਇਸ ਨੂੰ ਵਾਚਣਾ ਵਿਚਾਰਨਾ ਚਾਹੀਦਾ, ਜਿਸ ਵਿੱਚ ਮਹਾਰਾਜ ਜੀ ਨੇ ਆਖਿਆ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੂੰ ਬੁੱਧ ਬਾਂਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ ਰਹਾਓ। ਮੋਨ ਪਇਓ, ਮੋਨ ਧਾਰਨ ਕਰ ਲਿਆ, ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਜਾਏ, ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਕਿੰਨੇ ਕਰਮਾਂ ਦਾ ਜ਼ਿਕਰ ਸਾਰੀ ਅਸ਼ਟਪਦੀ ਚ ਮਹਾਰਾਜ ਜੀ ਨੇ ਕੀਤਾ। ਫਿਰ ਅਸੀਂ ਆਸਾ ਕੀ ਵਾਰ ਦੀ ਪਾਵਨ ਬਾਣੀ ਦਾ ਕੀਰਤਨ ਪਾਠ ਰੋਜ਼ ਸ਼ਰਵਣ ਕਰਦੇ ਹਾਂ। ਇਸ ਸ਼ਲੋਕ ਨੂੰ ਕਦੇ ਧਿਆਨ ਦੇ ਨਾਲ ਵੇਖੀਏ, ਵਿਚਾਰੀਏ, ਜਿਸ ਵਿੱਚ ਮਹਾਰਾਜ ਨੇ ਆਖਿਆ ਲਿਖ ਲਿਖ ਪੜਿਆ, ਤੇਤਾ ਕੜਿਆ, ਬਹੁ ਤੀਰਥ ਭਵਿਆ, ਤੇਤੋ ਲਵਿਆ, ਬਹੁ ਭੇਖ ਕੀਆ, ਦੇਹੀ ਦੁਖ ਦੀਆ, ਸੌ ਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ। ਤੂੰ ਨਗਨ ਫਿਰਿਆ, ਤੂੰ ਭੁੱਖੇ ਰਹਿ ਕੇ ਸਮਾਂ ਗੁਜ਼ਾਰਿਆ। ਤੇ ਮੈਂ ਇੱਕ ਬੇਨਤੀ ਅਕਸਰ ਹੀ ਕਰਦਾ ਹੁੰਨਾ ਕਿ ਜਿਵੇਂ ਲੋਕ ਸਰਕਾਰਾਂ ਤੋਂ ਨਾਰਾਜ਼ ਹੁੰਦੇ ਨੇ ਕਿਉਂਕਿ ਕਈ ਵਾਰ ਸਰਕਾਰਾਂ ਉਹਨਾਂ ਦੀਆਂ ਗੱਲਾਂ ਸੁਣਦੀਆਂ ਨਹੀਂ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰਦੀਆਂ, ਤੇ ਮਜਬੂਰਨ ਕਿਸੇ ਆਦਮੀ ਨੂੰ ਕਿਸੇ ਚੌਂਕ ਦੇ ਵਿੱਚ ਭੁੱਖ ਹੜਤਾਲ ਤੇ ਬੈਠਣਾ ਪੈਂਦਾ, ਧਰਨਾ ਮਾਰਨਾ ਪੈਂਦਾ, ਉਹ ਇਸ ਗੱਲ ਦਾ ਪ੍ਰੈਸ਼ਰ ਬਣਾਉਣ ਵਾਸਤੇ ਕਿ ਸ਼ਾਇਦ
ਬੋਲੇ ਕੰਨਾਂ ਤੱਕ ਮੇਰੀ ਆਵਾਜ਼ ਪਹੁੰਚੇ, ਉਹਨਾਂ ਨੂੰ ਪਤਾ ਲੱਗੇ ਕਿ ਕੋਈ ਬੰਦਾ ਆਪਣੀ ਮੰਗ ਮਨਵਾਉਣ ਦੇ ਲਈ ਭੁੱਖਾ ਬੈਠਾ ਹੈ ਚੌਂਕ ਦੇ ਵਿੱਚ, ਤੇ ਸ਼ਾਇਦ ਉਹ ਇਸ ਗੱਲ ਤੇ ਰੀਝ ਕੇ ਮੇਰੀ ਮੰਗ ਨੂੰ ਮੰਨ ਲੈਣ। ਸ਼ਾਇਦ ਸਰਕਾਰ ਕਿਸੇ ਮੇਰੀ ਮੰਗ ਨੂੰ ਮੰਨ ਲਵੇ, ਜਾਂ ਕੋਈ ਅਧਿਕਾਰੀ ਮੇਰੇ ਗੱਲ ਵੱਲ ਧਿਆਨ ਕਰੇ। ਭੁੱਖੇ ਰਹਿ ਕੇ ਉਹ ਆਪਣੀ ਮੰਗ ਨੂੰ, ਆਪਣੇ ਨਿਆਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਪਰ ਮੈਂ ਹੈਰਾਨ ਹੁੰਨਾ ਕਿ ਕਈ ਵਾਰ ਬਹੁਤਾਤ ਲੋਕ ਜਿਹੜੇ ਹਨ ਉਹ ਵਰਤ ਰੱਖ ਕੇ, ਵਰਤ ਰੱਖਣਾ ਵੀ ਇੱਕ ਕਿਸਮ ਦੀ ਧਾਰਮਿਕ ਤੌਰ ਤੇ ਭੁੱਖ ਹੜਤਾਲ ਕਰਨ ਬਰਾਬਰ ਹੀ ਹੈ, ਭੁੱਖੇ ਰਹਿ ਰਹੇ। ਕਿਉਂ? ਕਿਉਂਕਿ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਹੈ, ਇੱਕ ਸ਼ਰਧਾ ਹੈ, ਮੈਂ ਰੱਬ ਦੇ ਸਾਹਮਣੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਤੇ ਉਹਦੇ ਲਈ ਮੈਂ ਵਰਤ ਰੱਖਿਆ। ਬਦਲਵੇਂ ਰੂਪ ਵਿੱਚ ਇਹ ਕੀ ਹੈ ਕਿ ਅਕਾਲ ਪੁਰਖ ਜੀ, ਰੱਬ ਜੀ, ਜਾਂ ਆਪਣੇ ਜਿਹੜੇ ਵੀ ਇਸ਼ਟ ਨੂੰ ਉਹ ਮੰਨਦਾ ਹੈ ਉਸ ਦੇ ਅੱਗੇ ਬੇਨਤੀ ਕਰਦਾ, ਮੈਂ ਇੱਕ ਦਿਨ ਦਾ ਉਪਵਾਸ ਰੱਖ ਰਿਹਾ, ਇੱਕ ਦਿਨ ਦਾ ਮੈਂ ਵਰਤ ਰੱਖ ਰਿਹਾ, ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰੋ, ਮੇਰੀ ਇਹ ਕਾਮਨਾ, ਮੇਰੀ ਇਹ ਇੱਛਾ ਪੂਰੀ ਹੋ ਜਾਏ। ਇਵੇਂ ਲੱਗਦਾ ਹੈ ਜਿਵੇਂ ਉਸ ਨੂੰ ਯਕੀਨ ਨਹੀਂ ਕਿ ਮੇਰੀ ਗੱਲ ਸੁਣੀ ਜਾਵੇਗੀ। ਇਸ ਕਰਕੇ ਮੈਂ ਭੁੱਖ ਹੜਤਾਲ ਕਰਕੇ ਆਪਣੀ ਗੱਲ ਰੱਬ ਤੱਕ ਕਿਉਂ ਨਾ ਪਹੁੰਚਾ ਲਵਾਂ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਐਨਸ ਕਹਿਰੈ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ, ਪੱਗ ਉੱਪੇ ਤਾਣਾ ਨੰਗੇ ਕਦਮਾਂ ਦੇ ਨਾਲ ਤੁਰਦਾ ਹੈ, ਸਾਰੀ ਜ਼ਿੰਦਗੀ ਜੋੜਾ ਨਹੀਂ ਪਹਿਨਦਾ। ਆਪਣਾ ਕੀਆ ਕਮਾਣਾ। ਗੁਰੂ ਨਾਨਕ ਸਾਹਿਬ ਦਾ ਫੈਸਲਾ ਹੈ, ਕਹਿੰਦੇ ਤੂੰ ਅਗਰ ਕਸ਼ਟ ਝੱਲ ਰਿਹਾ ਨੰਗੇ ਕਦਮੀ ਰਹਿ ਕੇ, ਸਰੀਰ ਨੂੰ ਨੰਗਿਆ ਰੱਖ ਕੇ, ਤੇ ਆਪਣਾ ਕੀਆ ਕਮਾਣਾ, ਇਹ ਫੈਸਲਾ ਤੇਰਾ ਹੈ, ਇਹ ਤੇਰੀ ਬੁੱਧੀ ਦਾ ਫੈਸਲਾ ਹੈ। ਇਹਦੇ ਨਾਲ ਧਰਮ ਨੂੰ ਜਾਂ ਰੱਬ ਦੀ ਰਜ਼ਾ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਜੇ ਤੂੰ ਐਵੇਂ ਸੋਚਦਾ ਕਿ ਮੇਰੇ ਇਸ ਤਰ੍ਹਾਂ ਕਰਨ ਦੇ ਨਾਲ ਮੇਰੀ ਕਾਮਨਾ ਪੂਰੀ ਹੋਵੇਗੀ, ਤਾਂ ਇਹ ਤਾਂ ਤੇਰਾ ਖਿਆਲ ਹੋ ਸਕਦਾ ਹੈ ਨਾ। ਤੂੰ ਗੁਰੂ ਨੂੰ ਪੁੱਛਿਆ? ਗੁਰੂ ਨੇ ਤੈਨੂੰ ਇਸ ਗੱਲ ਦੀ ਸਹਿਮਤੀ ਦਿੱਤੀ ਹੈ ਕਿ ਸਰੀਰ ਨੂੰ ਖਪਾਉਣ ਦੇ ਨਾਲ ਤੇਰੀ ਇੱਛਾ ਪੂਰੀ ਹੋ ਜਾਵੇਗੀ? ਨਹੀਂ, ਐਸਾ ਤਾਂ ਗੁਰੂ ਨੇ ਕੁਝ ਨਹੀਂ ਸੀ ਕਿਹਾ। ਫਿਰ ਤੂੰ ਆਪਣੀ ਮਰਜ਼ੀ ਦੇ ਨਾਲ ਹੀ ਇਹ ਸਾਰਾ ਕੰਮ ਕੀਤਾ ਭਲਿਆ, ਤੇ ਇਸ ਦਾ ਅਹਿਸਾਨ ਤੂੰ ਨਾ ਰੱਬ ਤੇ ਕਰੀ ਤੇ ਨਾ ਗੁਰੂ ਤੇ ਕਰੀ ਕਿ ਸੱਚੇ ਪਾਤਸ਼ਾਹ ਜੀ ਵੇਖੋ, ਮੈਂ ਨੰਗੇ ਕਦਮੀ ਤੁਰਦਾ, ਮੈਂ ਸਰੀਰ ਕਰਕੇ ਨਗਨ ਰਹਿੰਦਾ, ਮੈਂ ਵਰਤ ਰੱਖਦਾ, ਮੈਂ ਤੀਰਥਾਂ ਤੇ ਜਾਂਦਾ। ਕੀ ਗੁਰੂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਹੈ? ਨਹੀਂ ਕੀਤੀ ਨਾ। ਮੇਰੀ ਮਰਜ਼ੀ ਹੈ, ਮੈਂ ਇਹ ਕੰਮ ਕਰ ਰਿਹਾ, ਤਾਂ ਗੁਰੂ ਸਾਹਿਬ ਨੇ ਆਖ ਦਿੱਤਾ ਆਪਣਾ ਕੀਆ ਕਮਾਣਾ। ਭਾਈ ਤੂੰ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ, ਆਪਣੀ ਮਰਜ਼ੀ ਨਾਲ ਹੀ ਤੂੰ ਕਸ਼ਟ ਸਹਿ ਰਿਹਾ, ਇਹਦੇ ਵਿੱਚ ਤੂੰ ਕਿਸੇ ਨੂੰ ਉਲਾਂਭਾ ਵੀ ਨਹੀਂ ਦੇ ਸਕਦਾ ਤੇ ਕਿਸੇ ਤੇ ਅਹਿਸਾਨ ਨਹੀਂ ਜਤਾ ਸਕਦਾ ਕਿ ਵੇਖੋ ਜੀ ਮੈਂ ਇਵੇਂ ਕੀਤਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮਨ ਦੀ ਅਜਿਹੀ ਅਵਸਥਾ ਹੈ ਕਿ ਉਹ ਜਿਹੋ ਜਿਹੇ ਖਿਆਲ ਇਸ ਤਰ੍ਹਾਂ ਪੈਦਾ ਕਰਦਾ ਹੈ, ਉਹੋ ਜਿਹਾ ਮਨੁੱਖ ਦੇ ਸਰੀਰਕ ਵਿਹਾਰ ਨੂੰ ਬਣਾ ਦਿੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਅਸਲ ਰਾਹ ਜਿਹੜਾ ਹੈ, ਮਨ ਨੂੰ ਜਿਹੜਾ ਅਸਲ ਰਾਹ ਚੁਣਨਾ ਚਾਹੀਦਾ ਹੈ, ਉਹ ਕਿਹੜਾ ਹੈ? ਸ਼ਬਦ ਤੋਂ ਬਿਨਾ ਮਨ ਟਿਕਾਣੇ ਤੇ ਨਹੀਂ ਆ ਸਕਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ, ਜਿਉਂ ਮੰਦਰ ਕਉ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥਮਨ। ਜਿਵੇਂ ਕਿਸੇ ਮਕਾਨ ਦੀ ਛੱਤ ਨੂੰ ਸਹਾਰਾ ਦੇਣ ਵਾਸਤੇ ਪਿੱਲਰ ਉਸਾਰੇ ਗਏ, ਪਿੱਲਰਾਂ ਦੀ ਉਸਾਰੀ ਕੀਤੀ ਗਈ, ਉਹਨਾਂ ਪਿੱਲਰਾਂ ਤੇ ਬੁਰਜੀਆਂ ਦੇ ਉੱਤੇ ਉਸ ਦੀ ਛੱਤ ਨੂੰ ਆਸਰਾ ਮਿਲਿਆ। ਗੁਰਦੇਵ ਬਾਣੀ ਦੇ ਵਿੱਚ ਆਖਦੇ ਨੇ, ਇਸੇ ਤਰ੍ਹਾਂ ਡਿੱਗਦੇ ਡੋਲਦੇ ਭਟਕਦੇ ਹੋਏ ਮਨ ਨੂੰ ਕੇਵਲ ਗੁਰੂ ਦਾ ਸ਼ਬਦ ਰੂਪ ਥੰਮੀ ਹੀ ਆਸਰਾ ਦੇ ਸਕਦੀ ਹੈ। ਜਿਉਂ ਜਿਵੇਂ ਮੰਦਰ ਕੋ ਥੰਮੈ ਥੰਮਨ, ਥੰਮਲੇ ਪਿੱਲਰ ਬੁਰਜੀਆਂ ਉਸ ਮੰਦਰ ਦੇ ਲਈ, ਕਿਸੇ ਮਕਾਨ ਕਿਸੇ ਬਿਲਡਿੰਗ ਦੇ ਲਈ ਆਸਰਾ ਬਣ ਜਾਂਦੇ ਨੇ, ਉਸ ਨੂੰ ਅਟੰਕ ਖਲਿਆਰੀ ਰੱਖਣ ਵਾਸਤੇ। ਗੁਰਦੇਵ ਜੀ ਆਖਦੇ, ਤਿਉਂ ਗੁਰ ਕਾ ਸ਼ਬਦ ਮਨੈ ਅਸਥਮਨ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਮਨ ਨੂੰ ਆਸਰਾ ਪ੍ਰਦਾਨ ਕਰਦਾ ਹੈ, ਮਨ ਨੂੰ ਆਸਰਾ ਦਿੰਦਾ ਹੈ, ਮਨ ਨੂੰ ਟਿਕਣ ਦੇ ਵਿੱਚ ਸਹਾਇਤਾ ਦਿੰਦਾ ਹੈ। ਔਰ ਸਤਿਗੁਰੂ ਜੀ ਦੇ ਇਹ ਬੋਲ ਸਾਨੂੰ ਹਮੇਸ਼ਾ ਹੀ ਯਾਦ ਰੱਖਣੇ ਚਾਹੀਦੇ ਨੇ, ਜੋ ਅਸੀਂ ਰੋਜ਼ ਗਾਉਂਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ। ਸਤਿਗੁਰੂ ਜੀ ਜਿੱਥੇ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ, ਧਿਆਨ ਦਿਓ, ਗਿਆਨ ਕਾ, ਅਗਿਆਨਤਾ ਨੇ ਇਸ ਨੂੰ ਭਟਕਾਇਆ, ਗਿਆਨ ਇਸ ਨੂੰ ਬੰਨ ਸਕਦਾ ਹੈ। ਪਰ ਧਿਆਨ ਦਿਓ ਕਿੰਨੀ ਉਲਟੀ ਅਵਸਥਾ ਹੈ ਮਨੁੱਖ ਦੇ ਜੀਵਨ ਦੀ। ਅਗਿਆਨਤਾ ਕਰਕੇ ਭਟਕ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜੋ ਨਿਰਣਾ ਕੀਤਾ ਹੈ ਨਾ, ਉਹ ਕੀ ਹੈ? ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਮਹਾਨ ਪ੍ਰਚਾਰਕ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਚਾਰਿਆ ਹੈ, ਵਿਚਾਰਿਆ ਹੈ, ਸੇਵਾ ਕੀਤੀ ਹੈ, ਗੁਰਮਤਿ ਦੇ ਸਿਧਾਂਤਾਂ ਨੂੰ ਸਮਝਿਆ ਬੜੀ ਡੂੰਘਾਈ ਦੇ ਨਾਲ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਆਖਿਆ ਦੇ ਵਿੱਚ ਕੁਝ ਰਚਨਾਵਾਂ ਵੀ ਉਹਨਾਂ ਨੇ ਲਿਖੀਆਂ ਨੇ। ਇੱਕ ਕਵਿਤ ਵਿੱਚ ਉਹ ਬੜੀ ਪਿਆਰੀ ਗੱਲ ਲਿਖਦੇ ਨੇ, ਕਹਿੰਦੇ ਨੇ ਜਿਵੇਂ ਆਕਾਸ਼ ਦੇ ਵਿੱਚ ਇੱਕ ਪਤੰਗ ਉੱਡ ਰਹੀ ਹੈ, ਇੱਕ ਗੁੱਡੀ ਉੱਡ ਰਹੀ ਹੈ, ਬੱਚੇ ਉਸ ਪਤੰਗ ਨੂੰ ਆਕਾਸ਼ ਦੇ ਵਿੱਚ ਉਡਾ ਰਹੇ ਨੇ, ਉਹ ਬੜੀ ਦੂਰ ਤੱਕ ਉੱਡ ਰਹੀ ਹੈ, ਪਰ ਕਹਿੰਦੇ ਉਹ ਜਿਹੜੀ ਪਤੰਗ ਉੱਡ ਰਹੀ ਹੈ ਨਾ, ਉਹਦਾ ਬੇਸ ਕੀ ਹੈ ਉੱਡਣ ਦਾ? ਧਿਆਨ ਦਿਓ, ਉਹਦਾ ਬੇਸ ਕੀ ਹੈ? ਉਹਦਾ ਬੇਸ ਹੈ ਕਿ ਉਹਦੇ ਨਾਲ ਉਸ ਪਤੰਗ ਤੋਂ ਲੈ ਕੇ ਇੱਕ ਡੋਰ ਬੱਝੀ ਹੋਈ ਹੈ, ਇੱਕ ਤਾਰ ਬੱਝੀ ਹੋਈ ਹੈ, ਇੱਕ ਧਾਗਾ ਬੱਝਿਆ ਹੋਇਆ ਹੈ, ਜਿਸ ਨੂੰ ਥੱਲਿਓਂ ਉਹ ਬੱਚਾ ਜਿਹੜਾ ਕਿ ਪਤੰਗ ਉਡਾ ਰਿਹਾ ਹੈ, ਜਿਸ ਦਿਸ਼ਾ ਦੇ ਵਿੱਚ ਉਸ ਨੂੰ ਲਿਜਾਣਾ ਚਾਹੇ ਉਹ ਚਲੀ ਜਾਂਦੀ ਹੈ। ਦੂਜੀ ਗੱਲ, ਉਹ ਪਤੰਗ ਜਦੋਂ ਆਕਾਸ਼ ਵਿੱਚ ਉੱਡ ਰਹੀ ਹੈ ਨਾ, ਤਾਂ ਉਹ ਇੱਕ ਬੇਸ ਦੇ ਉੱਤੇ ਉੱਡ ਰਹੀ ਹੈ, ਉਹਦਾ ਬੇਸ ਹੈ ਹਵਾ। ਹਵਾ ਦਾ ਰੁਖ ਜਿੱਧਰ ਨੂੰ ਹੋਵੇਗਾ ਪਤੰਗ ਉਸੇ ਪਾਸੇ ਨੂੰ ਹੀ ਉੱਡੇਗੀ। ਇਸ ਕਰਕੇ ਪਤੰਗ ਉਡਾਉਣ ਵਾਲਾ ਬੱਚਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਪਤੰਗ ਨੇ ਕਿਹੜੀ ਦਿਸ਼ਾ ਦੇ ਵਿੱਚ ਉੱਡਣਾ ਹੈ। ਜਿੱਧਰ ਹਵਾ ਹੁੰਦੀ ਹੈ ਉਹ ਉਸ ਪਾਸੇ ਵੱਲ ਆਪਣੀ ਪਤੰਗ ਨੂੰ ਲਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਪਵਨ ਗਵਨ, ਗਵਨ ਦਾ ਮਤਲਬ ਹੈ ਹਵਾ ਦੇ ਵੇਗ ਨਾਲ ਚਲਦੀ ਹੈ। ਪਵਨ ਗਵਨ ਜੈਸੇ ਗੁੱਡੀਆ ਉਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਦਾ ਵੇਗ ਅਗਰ ਨਹੀਂ ਹੈ ਨਾ, तो वो पतंग आकाश में उड़ नहीं सकती, वो हवा के बेस के उत्ते ही उड़ रही है, हवा उसनू उड़ा रही है, हवा उसनू लिजा रही है एक दिशा वाले पासे। दूसरी उदाहरण भाई गुरदास जी ने दी, कहते तोरी की मरोर जैसे लटुआ फिरत रहे, ताओ हाओ मिटे गिर परे हुए थकत है। एक लाटू घुमाउण वाला उसकी तार नू खिंचिया, धागे नू खिंचिया बच्चे ने, तो घूमन लग पिया। वो धागा जिस तरह खिंचिया गया उस तरह वो लाटू जिहड़ा वो चक्कर कट रहा है जमीन के उत्ते, बच्चा उसनू वेख के खुश हो रहा है। तीजी उदाहरण दी, कहते एक सुनियार ने सोने का किता करन वाले ने कुठाली दे विच सोना पाया, सुहागा एक कैमिकल पाया, तो उसनू अग दे उत्ते तपाउण वास्ते रख दिता, तो सोना पिघल गया, तो वह कुठाली दे विच इधर उधर दौड़न लग्या, हरकत करन लग्या। पर कहते ने भाई गुरदास कंचन अशुद्ध ज्यों कुठाली ठहरात नहीं, जिवें वो सोना अशुद्ध है, वो क्यों हरकत कर रहा है कुठाली च। अचानक थोड़े समय बाद उसकी हरकत बंद हो गई। किसी ने पूछा कि भाई साहब ये सोना जदों पिघल रहा सी पहला हरकत क्यों कर रहा सी, ते हुण ये अचानक टेक क्यों गया है, अग तां अजे भी उन्नी बल रही है इस दे थल्ले, कुठाली दे थल्ले। उसने जवाब दिता, कहंदा दरअसल जदों इस दे विच मिलावट सी ना, ये दौड़ रहा सी, और जदों अग दे सेक नाल इस दी मिलावट खत्म हो गई है, सड़ गई है, मुक गई है, ये हुण शुद्ध रूप दे विच सोना जिहड़ा इहदे विच कुठाली च पिया है, ये हुण टिक गया। कंचन अशुद्ध ज्यों कुठाली ठहरात नहीं, शुद्ध भय निचल शब कै शकत है। ते चौथी उदाहरण दे विच चौथी पंक्ति च कवित दी च भाई गुरदास जी ने आख्या कि इसका नतीजा इन्हां तिन्नां उदाहरणां दा की है, मन दे भटकण दा भी कारण है। जिवें हवा तो बिना पतंग उड़ नहीं रही, जिवें मिलावट करके ही सोना दौड़ भज कर रहा है, कुठाली च हरकत कर रहा है, जदों वो मिलावट मुक जाती उसकी हरकत बंद हो जाती है। जिवें एक लाटू नूं एक मरोड़ी दे के एक धागे दे नाल ही पटकाया जाता है, घूमण ते मजबूर किया जाता है। भाई गुरदास कहते इसी तरह दुरमत दुविधा भ्रमत चतुरकुंट, भैड़ी मत सदका ते मन की दुविधा वाली हालत करके ये चित जिहड़ा चौं कुंटां च भटकदा है, मतलब हर पासे वाल भटकदा। इहदी भटकणा दा कारण जो भाई गुरदास जी ने दस्सिया, कहंदे दुरमत दुविधा भ्रमत चतुरकुंट, चौं कुंटां दे विच भटकदा है। गुरमत एक टेक मोन ना बकत है, दुरमत अज्ञानता इहदे भटकण दा कारण है, ते गुरमत इहदे टिका दा कारण है। ध्यान दिओ, सानू ये गुरु ग्रंथ साहब की बाणी विचार दस रही है कि अंधकार है अंदर बंदे दे, हनेरा है जिस करके मन भटकिया है। तो हुण जे मन अज्ञानता करके भटकिया है, तो महाराज ने बड़ी सीधी जी गल आखी, सौखियां समझ विच आउण वाली, कि जे अज्ञानता करके भटकिया है ना, तो ज्ञान करके टिकेगा। जे दुरमत करके भटके भाई गुरदास कहते ते गुरमत करके टिकेगा, गुरमत करके टिकेगा। पर दुरमत करके भटकण वाला मन, अज्ञानता करके भटकण वाला मन
ਉਸ ਨੂੰ ਅਸੀਂ ਟਿਕਾਉਣ ਵਾਸਤੇ ਉਹ ਕੰਮ ਗਿਆਨ ਵਾਲਾ ਤਾਂ ਕਰ ਹੀ ਨਹੀਂ ਰਹੇ, ਗੁਰਮਤ ਵਾਲਾ ਤਾਂ ਕਰ ਹੀ ਨਹੀਂ ਰਹੇ। ਅਸੀਂ ਹੋਰ ਥਾਵਾਂ ਤੇ ਜਾ ਕੇ ਜਾਂ ਤਾਂ ਕੋਈ ਖਿਮਾ ਕਰ ਦੇਣਾ ਸਮਾਧੀਆਂ ਲਾਈ ਬੈਠਾ ਹੈ, ਕੋਈ ਕੰਨਾਂ ਦੇ ਵਿੱਚ 2-4 ਲਫ਼ਜ਼ ਲੈ ਕੇ ਸਮਝਦਾ ਕਿ ਉਹ ਹੁਣ ਬਹੁਤ ਧਰਮੀ ਹੋ ਗਿਆ ਕਿਉਂਕਿ ਉਸ ਨੂੰ ਨਾਮ ਮਿਲ ਗਿਆ। ਇਹੋ ਜਿਹੇ ਕੰਮਾਂ ਦੇ ਰਾਹੀਂ ਅਸੀਂ ਆਪਣੇ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਬਿਲਕੁਲ ਵੱਖਰਾ ਹੈ। ਅਗਿਆਨਤਾ ਕਾਰਨ ਹੈ ਭਟਕਣ ਦਾ, ਗਿਆਨ ਕਾਰਨ ਹੋਵੇਗਾ ਟਿਕਣ ਦਾ। ਦੁਰਮਤ ਕਾਰਨ ਹੈ ਭਟਕਣ ਦਾ। ਗੁਰਮਤ ਹੀ ਕੋਈ ਇੱਕ ਅਜਿਹੀ ਚੀਜ਼ ਹੈ ਜਿਹੜੀ ਮਨ ਨੂੰ ਨਿਚਲ ਥਾਂ ਟਿਕਾ ਸਕਦੀ ਹੈ। ਭਾਈ ਗੁਰਦਾਸ ਜੀ ਦਾ ਸ਼ਲੋਕ, ਭਾਈ ਗੁਰਦਾਸ ਜੀ ਦਾ ਇੱਕ ਬਿੱਤ ਦੁਰਮਤ ਤੇ ਦੁਬਦਾ ਦੀ ਗੱਲ ਕਰਦਾ ਹੈ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਅਸੀਂ ਪੜ੍ਹਦੇ ਹਾਂ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਮਨ ਪੰਖੀ ਹੈ। ਹੁਣ ਪੰਛੀ ਕੀ ਹੈ? ਜਿਹਦੇ ਪੰਖੀ ਕੌਣ ਹੈ? ਜਿਹਦੇ 2 ਪੰਖ ਨੇ। ਜਿਹੜਾ ਆਕਾਸ਼ ਵਿੱਚ ਉੱਡ ਰਿਹਾ ਉਹ ਪੰਛੀ ਹੈ। ਉਹ 2 ਪੰਖਾਂ ਦੇ ਆਸਰੇ ਦੇ ਉੱਤੇ ਆਕਾਸ਼ ਦੇ ਵਿੱਚ ਉੱਡ ਰਿਹਾ ਹੈ। ਅਗਰ ਉਸ ਦੇ ਪੰਖ ਨਹੀਂ ਹੋਣਗੇ ਤਾਂ ਉਹ ਉੱਡੇਗਾ ਨਹੀਂ। ਧਿਆਨ ਦਿਓ, ਮਨ ਦੇ ਫੁਰਨੇ ਹੀ ਮਨ ਨੂੰ ਉੱਡਣ ਵਾਸਤੇ ਮਜਬੂਰ ਕਰਦੇ ਹਨ। ਮਨ ਦੇ ਫੁਰਨੇ, ਮਨ ਦੇ ਖਿਆਲ, ਆਸਾ, ਮਨਸਾ, ਇਹ ਮਨ ਦੇ ਉੱਡਣ ਦੇ ਵਿੱਚ ਸਹਾਇਤਾ ਕਰਦੇ ਨੇ। ਇਹਨਾਂ ਦੇ ਆਸਰੇ ਦੇ ਉੱਤੇ ਮਨ ਉੱਡ ਰਿਹਾ ਹੈ। ਉੱਡ ਉੱਡ ਦਹਿ ਦਿਸ਼ ਜਾਏ, ਤੇ ਫਿਰ ਜਿੱਥੇ ਜਿੱਥੇ ਜਾਂਦਾ ਹੈ, ਜਿਹੜੇ ਖਿਆਲਾਂ ਦੀ ਵਿਚਾਰਾਂ ਦੀ ਮਨ ਸੰਗਤ ਕਰਦਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਫਿਰ ਉਹੋ ਜਿਹਾ ਫਲ ਭੋਗਦਾ ਹੈ। ਫਿਰ ਉਹੋ ਜਿਹੀ ਅਵਸਥਾ ਨੂੰ ਇਹ ਮਨ ਫਿਰ ਹੰਡਾਉਂਦਾ ਹੈ। ਭਾਵੇਂ ਬੰਦਾ ਇਸ ਉੱਤੇ ਬਾਅਦ ਵਿੱਚ ਪਛਤਾਵਾ ਕਰੇ ਜਾਂ ਨਾ ਕਰੇ, ਉਹ ਵੱਖਰਾ ਵਿਸ਼ਾ ਹੈ। ਪਰ ਸਤਿਗੁਰੂ ਦੀ ਬਾਣੀ ਆਖਦੀ ਹੈ ਜੋ ਜੈਸੀ ਸੰਗਤ ਮਿਲੇ। ਮਨ ਸੰਗਤ ਕਰ ਰਿਹਾ ਹੈ, ਮਨ ਵਿਕਾਰਾਂ ਦੀ ਸੰਗਤ ਕਰ ਰਿਹਾ ਹੈ ਤਾਂ ਵਿਕਾਰੀ ਜੀਵਨ ਪੱਲੇ ਪਵੇਗਾ। ਗੁਣਾਂ ਦੀ ਸੰਗਤ ਕਰ ਰਿਹਾ ਹੈ ਤੇ ਗੁਣਾਂ ਵਾਲਾ ਜੀਵਨ ਪੱਲੇ ਪਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਇਹ ਨਿਰਣਾ ਕਰ ਰਹੀ ਹੈ। ਹੁਣ ਸਤਿਗੁਰੂ ਜੀ ਆਖਦੇ ਨੇ ਇਹ ਮਨ ਕਦੇ ਵੈਰਾਗੀਆਂ ਦਾ ਢੋਂਗ ਰਚਦਾ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੈਰਾਗ ਦੇ ਅਰਥ ਵੱਖਰੇ ਕੀਤੇ ਨੇ। ਵੈਰਾਗ ਦਾ ਅਰਥ ਇੱਕ ਅਵਸਥਾ ਹੈ। ਵੈਰਾਗ ਦਾ ਮਤਲਬ ਭੇਖ ਨਹੀਂ ਹੈ। ਭੇਖ ਨਹੀਂ ਹੈ ਵੈਰਾਗ ਦਾ ਮਤਲਬ। ਵੈਰਾਗ ਇੱਕ ਅਵਸਥਾ ਹੈ, ਇੱਕ ਬੜੀ ਪਵਿੱਤਰ ਸਾਦਗੀ ਵਾਲੀ ਅਵਸਥਾ। ਉਹ ਅਵਸਥਾ ਜਿੱਥੇ ਮਨੁੱਖ ਸਚਾਈ ਨੂੰ ਚੀਨਦਾ, ਖੋਜਦਾ, ਜਾਣਦਾ। ਪਰ ਇਹ ਨਹੀਂ ਕਿ ਕਿਸੇ ਮਨੁੱਖ ਨੇ ਕੋਈ ਖਾਸ ਭੇਖ ਪਹਿਨ ਲਿਆ ਤੇ ਤਿਆਗੀ ਜਾਂ ਵੈਰਾਗੀ ਹੋ ਗਿਆ। ਅਜਿਹਾ ਕੁਝ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ ਮਨ ਬੈਰਾਗੀ ਹਉਮੈ ਤਿਆਗੀ। ਕਦੇ ਢੋਂਗ ਰਚਦਾ ਕਿ ਮੈਂ ਹਉਮੈ ਦਾ ਤਿਆਗਵਾਨ ਹੋ ਗਿਆ ਹਾਂ, ਹਉਮੈ ਦਾ ਮੈਂ ਤਿਆਗ ਕਰ ਰਿਹਾ ਹਾਂ। ਪਰ ਐਸਾ ਹੁੰਦਾ ਨਹੀਂ। ਹਉਮੈ ਕਿਉਂਕਿ ਮਨ ਦੀ ਅਵਸਥਾ। ਧਿਆਨ ਦਿਓ, ਹਉਮੈ ਮਨ ਦੀ ਅਵਸਥਾ ਹੈ। ਕੋਈ ਗੁਰਸਿੱਖ ਅਗਰ ਜੋੜੇ ਘਰ ਵਿੱਚ ਸੇਵਾ ਕਰਦਾ ਹੈ, ਝਾੜੂ ਦਿੰਦਾ ਹੈ, ਜਲ ਛਿੜਕਦਾ ਹੈ, ਜੂਠੇ ਬਰਤਨ ਮਾਂਜਦਾ ਹੈ, ਸਫਾਈ ਕਰਦਾ ਹੈ, ਇਹ ਸਾਰੀ ਕਿਸੇ ਵੀ ਕਿਸਮ ਦੀ ਅਜਿਹੀ ਸੇਵਾ ਕਰਦਾ ਹੈ, ਇਹ ਸੇਵਾ ਪ੍ਰੈਕਟੀਕਲ ਰੂਪ ਵਿੱਚ ਹੈ। ਔਰ ਇਹ ਇਸ ਕਰਕੇ ਕੀਤੀ ਜਾਣੀ ਹੈ ਕਿ ਮੇਰਾ ਅੰਦਰ ਦਾ ਹਉਮੈ ਅਹੰਕਾਰ ਦੂਰ ਹੋਵੇ, ਮੈਂ ਨਿਮਰਤਾ ਨਿਰਮਾਣਤਾ ਦਾ ਸਬਕ ਜਿਹੜਾ ਉਹਨੂੰ ਗੁਰੂ ਦੇ ਕੋਲੋਂ ਸਿੱਖ ਸਕਾਂ। ਧਿਆਨ ਦਿਓ, ਸੇਵਾ ਦਾ ਵੀ ਇੱਕ ਅਰਥ ਹੈ। ਸੇਵਾ ਜਿਹੜੀ ਹੈ ਉਹ ਨਿਮਰਤਾ ਨਿਰਮਾਣਤਾ ਨੂੰ ਪ੍ਰੈਕਟੀਕਲ ਰੂਪ ਵਿੱਚ ਸਿੱਖਣ ਵਾਸਤੇ ਹੈ। ਪਰ ਜੇ ਮੇਰੇ ਵਰਗਾ ਵਿਅਕਤੀ ਥੋੜੀ ਜਿਹੀ ਸੇਵਾ ਕਰਕੇ ਤੇ ਦੂਜਿਆਂ ਤੇ ਇਹ ਪ੍ਰਭਾਵ ਪਾਵੇ ਕਿ ਮੇਰੇ ਤੋਂ ਵੱਡਾ ਭਾਈ ਦੁਨੀਆ 'ਚ ਸੇਵਾਦਾਰ ਹੋ ਨਹੀਂ ਸਕਦਾ, ਦੇਖ ਮੈਂ ਘੰਟਿਆਂ ਬੱਧੀ ਸੇਵਾ ਕਰਦਾ, ਤਾਂ ਗੱਲ ਉਲਟੀ ਹੋ ਗਈ ਨਾ। ਦਵਾਈ ਇਸ ਕਰਕੇ ਖਾਧੀ ਜਾਣੀ ਹੈ ਕਿ ਰੋਗ ਦੂਰ ਹੋਵੇ, ਤੇ ਜੇ ਦਵਾਈ ਰੋਗ ਨੂੰ ਵਧਾਉਣ ਲੱਗ ਪਵੇ ਤਾਂ ਫਿਰ ਕੀ ਆਸਰਾ ਰਹਿ ਜਾਂਦਾ ਹੈ? ਫਿਰ ਕੀ ਆਸਰਾ ਹੈ? ਸੇਵਾ ਇਸ ਕਰਕੇ ਹੋਣੀ ਹੈ ਕਿ ਨਿਮਰਤਾ ਨਿਰਮਾਣਤਾ ਨੂੰ ਪ੍ਰੈਕਟੀਕਲ ਕਰਨੀ ਦੇ ਤੌਰ ਤੇ ਮੈਂ ਆਪਣੇ ਜੀਵਨ 'ਚ ਲਿਆ ਸਕਾਂ। ਮੈਂ ਇਸ ਗੱਲ ਦਾ ਚੇਤਾ ਰੱਖਾਂ ਕਿ ਮੈਂ ਇੱਕ ਸੇਵਾਦਾਰ ਹਾਂ, ਮੇਰੇ ਅੰਦਰ ਸੇਵਾ ਦੀ ਭਾਵਨਾ ਹੈ। ਤੁਸੀਂ ਕਦੇ ਖਿਆਲ ਕੀਤਾ ਹੋਵੇਗਾ ਅਜਿਹੇ ਵੀ ਵਿਅਕਤੀ ਹੁੰਦੇ ਨੇ ਜਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਏ ਕਿ ਸਤਿਕਾਰਯੋਗ ਭਾਈ ਸਾਹਿਬ ਜੀਓ ਆਹ ਗੱਲ ਇਵੇਂ ਨਹੀਂ, ਸ਼ਾਇਦ ਇਵੇਂ ਹੋਣੀ ਚਾਹੀਦੀ, ਆਪਾਂ ਇਸ ਦੀ ਵਿਚਾਰ ਨਾ ਕਰ ਲਈਏ, ਤੇ ਉਹ ਕਹਿਣਗੇ ਤੁਸੀਂ ਕੌਣ ਹੁੰਦੇ ਹੋ? 70 ਸਾਲ ਹੋ ਗਏ ਮੈਨੂੰ, 70 ਸਾਲ ਨਿਤਨੇਮ ਕਰਦੇ ਆ, 70 ਸਾਲ ਹੋ ਗਏ ਗੁਰੂ ਘਰ ਦੀ ਹਾਜ਼ਰੀ ਭਰਦੇ ਆ। ਉਹਨਾਂ ਦੀ ਇਹ ਵਰਡਿੰਗ ਹੈ, ਉਹਨਾਂ ਦਾ ਇਹ ਕਹਿਣਾ ਹੈ। ਮੈਨੂੰ 70 ਸਾਲ ਤੋਂ ਮੈਂ ਧਾਰਮਿਕ
ਕਾਰਿਆਕ੍ਰਮ ਦੇ ਨਾਲ, ਕਰਮਾਂ ਦੇ ਨਾਲ ਜੁੜਿਆ। ਤੁਸੀਂ ਮੈਨੂੰ ਮਤ ਦੇਣ ਆਏ ਹੋ ਅੱਜ ਕਿ ਮੈਂ 70 ਸਾਲ ਗਲਤੀ ਕਰਦਾ ਰਿਹਾ? ਧਿਆਨ ਦਿਓ ਕਿ 70 ਸਾਲ ਇਸ ਕਰਕੇ ਘਾਲਣਾ ਘਾਲੀ ਹੈ ਕਿ ਜੇ ਅਗਰ ਕੋਈ ਸਾਡੇ ਨਾਲ ਵਿਚਾਰ ਕਰਨਾ ਚਾਹੇ ਤੇ ਅਸੀਂ ਉਸ ਨੂੰ ਸਰਟੀਫਿਕੇਟ ਜਾਂ ਇਹ ਆਇਡੈਂਟੀਟੀ ਕਾਰਡ ਵਿਖਾ ਸਕੀਏ, ਮੈਂ 70 ਸਾਲਾਂ ਦਾ ਧਰਮੀ ਬਣਿਆ ਹੋਇਆ, ਤੂੰ ਮੇਰੇ ਨਾਲ ਗੱਲ ਨਹੀਂ ਕਰ ਸਕਦਾ, ਤੈਨੂੰ ਅਧਿਕਾਰ ਨਹੀਂ, ਜਾਂ ਪਹਿਲਾਂ 70 ਸਾਲ ਤੂੰ ਕਰਕੇ ਆ ਤੇ ਫਿਰ ਗੱਲ ਕਰਾਂਗੇ। ਕੀ ਇਹ ਕੋਈ ਆਇਡੈਂਟੀਟੀ ਕਾਰਡ ਹੈ 70 ਸਾਲ ਦਾ? ਕੋਈ ਸਰਟੀਫਿਕੇਟ ਹੈ? ਨਹੀਂ। ਹਉਮੈ ਬਿਨਸਨੀ ਹੈ, ਹਉਮੈ ਜਾਈ ਤਾਂ ਕੰਤ ਸਮਾਈ। ਇਹ ਗੱਲ ਤਾਂ ਮੌਕੇ ਜਾਣੀ ਹੈ ਨਾ ਕਿ ਮੈਂ ਕੁਝ ਕੀਤਾ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਪੜੋ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ। ਇਹ ਬਚਨ ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਪਤ ਹੋ ਰਹੀ ਹੈ, ਅੱਗੇ ਜਾ ਕੇ ਬਚਨ ਆ ਰਿਹਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਾਈ ਹੋਈ, ਆਪੇ ਤਰਸ ਪਾਈ ਹੋਈ। ਇਹ ਤੇਰੇ ਤਰਸ ਦਾ ਸਦਕਾ ਹੈ, ਇਹ ਤੇਰੀ ਬਖਸ਼ਿਸ਼, ਤੇਰੇ ਪਿਆਰ ਦਾ ਸਦਕਾ ਹੈ ਕਿ ਤੂੰ ਮੇਰੇ ਕੋਲੋਂ ਕੁਝ ਚੰਗਾ ਕਰਵਾ ਰਿਹਾ ਹੈ। ਇਹ ਤੇਰੀ ਰਹਿਮਤ ਹੈ, ਵਰਨਾ ਮੈਂ ਕੌਣ ਹਾਂ? ਮੈਂ ਕੌਣ ਹਾਂ? ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਜੀਵਨ ਨੇ ਇਸ ਸਟੇਜ ਤੱਕ ਪਹੁੰਚਣਾ ਹੈ, ਇਹ ਦਾਵਾ ਨਹੀਂ ਬਣਨਾ ਹੈ। ਦਾਵਾ ਹੈ ਦਾਜਨ ਹੋਤ ਹੈ। ਕਬੀਰ ਸਾਹਿਬ ਆਖਦੇ ਨੇ ਦਾਵੇ ਬੰਦੇ ਨੂੰ ਖਿਜਣ ਵਾਸਤੇ ਮਜਬੂਰ ਕਰਦੇ ਨੇ। ਦਾਵਾ ਕਰਨ ਵਾਲਾ ਬੰਦਾ ਹਮੇਸ਼ਾ ਖਿਜਿਆ ਰਹਿੰਦਾ ਹੈ ਕਿਉਂਕਿ ਉਹ ਕਿਸੇ ਦੀ ਸੁਣਨਾ ਨਹੀਂ ਨਾ ਚਾਹੁੰਦਾ, ਉਹ ਆਪਣੀ ਦੱਸਣਾ ਹੀ ਚਾਹੁੰਦਾ। ਔਰ ਦਾਵਾ ਖਿਜ ਦਾ ਕਾਰਨ ਬਣਦਾ ਹੈ ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਤੂੰ ਦਾਵੇ ਨੂੰ ਮੁਕਾਉਣਾ ਹੈ। ਦਾਵੇ ਦਾ ਕੋਈ ਅਰਥ ਨਹੀਂ ਹੈ ਇੱਥੇ, ਕੋਈ ਮਤਲਬ ਨਹੀਂ ਹੈ ਇੱਥੇ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਾਇਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਤੇਰੇ ਤਰਸ ਦਾ ਸਦਕਾ ਹੀ ਸਾਰਾ ਕੁਝ ਹੋਇਆ ਹੈ। ਤੇਰੇ ਤਰਸ ਦਾ, ਤੇਰੇ ਪਿਆਰ, ਤੇਰੀ ਰਹਿਮਤ, ਤੇਰੇ ਉਪਦੇਸ਼ ਦਾ, ਤੇਰੇ ਗੁਣਾਂ ਦੀ ਕਮਾਈ ਦਾ ਸਦਕਾ ਹੈ ਵਾਪਰਿਆ। ਇਸ ਅਵਸਥਾ, ਇਹ ਸਟੇਜ ਹੈ ਜਿਹੜੀ ਗੁਰੂ ਅਰਜਨ ਸਾਹਿਬ ਜੀ ਆਪ ਹੰਢਾ ਰਹੇ ਨੇ ਤੇ ਸਾਨੂੰ ਦੱਸ ਰਹੇ ਨੇ ਭਾਈ ਇਸ ਤੱਕ ਜੀਵਨ ਪਹੁੰਚਣਾ ਹੈ। ਇਹ ਨਹੀਂ ਕਿ ਤੂੰ ਕਰਮ ਕਰੇ ਤੇ ਦਾਵਾ ਬਣਨ ਲੱਗ ਪਏ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ, ਮਨ ਦਾਵੇ ਖੋਰ ਹੈ, ਦਾਵਾ ਬਣਦਾ ਹੈ। ਇਹ ਵੀ ਕਹੇਗਾ ਜੀ ਮੇਰੇ ਚ ਵੇਖੋ ਹਉਮੈ ਨਹੀਂ ਹੈ, ਹਉਮੈ ਨਹੀਂ ਹੈ। ਕੋਈ ਸੱਜਣ ਮੈਨੂੰ ਦੱਸ ਰਿਹਾ ਸੀ ਕਿਸੇ ਵਿਅਕਤੀ ਨੇ ਕੀ ਕੀਤਾ ਕਿ ਉਹ ਇੱਕ ਟੋਆ ਪੁੱਟ ਕੇ ਬੈਠ ਗਿਆ, ਜ਼ਮੀਨ ਦੇ ਵਿੱਚ ਟੋਆ ਪੁੱਟ ਕੇ ਬੈਠ ਗਿਆ। ਉਸ ਵਿਅਕਤੀ ਦਾ ਸ਼ਾਇਦ ਇਹ ਖਿਆਲ ਸੀ ਕਿ ਇਸ ਤਰ੍ਹਾਂ ਮੈਂ ਨਿਮਰਤਾਵਾਨ ਹੋ ਜਾਵਾਂਗਾ। ਧਿਆਨ ਦਿਓ, ਇਸ ਤਰ੍ਹਾਂ ਮੈਂ ਨਿਮਰਤਾਵਾਨ ਹੋ ਜਾਵਾਂਗਾ। ਮੰਨ ਲਓ ਸਾਰੇ ਵਿਅਕਤੀ ਬਰਾਬਰ ਬੈਠੇ ਨੇ, ਮੇਰੇ ਵਰਗਾ ਕੋਈ ਆਦਮੀ ਟੋਆ ਪੁੱਟ ਕੇ ਬੈਠ ਜਾਂਦਾ ਹੈ ਤੇ ਇਹ ਦਾਵਾ ਕਰਦਾ ਹੈ ਕਿ ਮੈਂ ਨਿਮਰਤਾਵਾਨ ਹਾਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਘੋਖ ਕਰਕੇ ਦੇਖੀਏ ਕਿ ਜਿਤਨੇ ਬਾਕੀ ਸਾਰੇ ਬਰਾਬਰ ਬੈਠੇ ਨੇ ਉਹ ਅਹੰਕਾਰੀ ਨੇ, ਕਿ ਉਹ ਹਉਮੈਗ੍ਰਸਤ ਨੇ, ਕਿ ਟੋਆ ਪੁੱਟ ਕੇ ਬੈਠਣਾ ਨਿਮਰਤਾ ਦਾ ਜ਼ਿਆਦਾ ਸੂਚਕ ਹੁੰਦਾ ਹੈ? ਬਿਲਕੁਲ ਨਹੀਂ ਜੇ ਹੁੰਦਾ, ਬਿਲਕੁਲ ਨਹੀਂ ਜੇ ਹੁੰਦਾ। ਉਹ ਵੀ ਕੀ ਹੁੰਦਾ, ਇੱਕ ਵੱਖਰਾ ਲੱਗਣਾ ਕਿ ਇੰਨੇ ਲੋਕ ਬਰਾਬਰ ਬੈਠੇ, ਮੈਂ ਵੱਖਰਾ ਲੱਗਾ, ਇਸ ਕਰਕੇ ਮੈਂ ਟੋਆ ਪੁੱਟ ਕੇ ਬੈਠ ਜਾਂਦਾ ਤਾਂ ਕਿ ਲੋਕ ਕਹਿਣ ਕਿ ਇਹ ਬੰਦਾ ਬੜਾ ਨਿਮਰਤਾ ਵਾਲਾ ਹੈ, ਬਹੁਤ ਨਿਮਰਤਾ ਵਾਲਾ ਹੈ। ਜੇ ਬੰਦਾ ਸੈਂਕੜੇ ਤਖੱਲਸ ਵੀ ਆਪਣੇ ਨਾਮ ਨਾਲ ਉਪਨਾਮ ਵੀ ਜੋੜ ਲਵੇ, ਉਹ ਬਹੁਤ ਦਾਸਨ ਦਾਸ ਹੈ, ਬਹੁਤ ਨਿਮਾਣਾ ਹੈ, ਬਹੁਤ ਗਰੀਬੜਾ ਹੈ। ਪਰ ਧਿਆਨ ਦਿਓ, ਇਹ ਤਾਂ ਮਨ ਦੀ ਅਵਸਥਾ ਤੇ ਨਿਰਭਰ ਕਰਦਾ ਹੈ ਨਾ ਕਿ ਤੇਰੇ ਅੰਦਰ ਗਰੀਬੀ ਹੈ, ਨਿਮਰਤਾ ਹੈ, ਨਿਮਾਣਾਪਨ ਹੈ, ਨਿਤਾਣਾਪਨ ਹੈ ਕਿ ਨਹੀਂ ਹੈ। ਇਹ ਲਫ਼ਜ਼ਾਂ ਦਾ ਮੁਤਾਜ ਨਹੀਂ ਹੈ ਸਾਰਾ ਕੁਝ, ਇਹ ਤਾਂ ਕਰਨੀ ਦੇ ਉੱਤੇ ਟਿਕੀ ਹੋਈ ਗੱਲ। ਕਬੀਰ ਸਾਹਿਬ ਜੀ ਦੇ ਬਚਨ, ਫਰੀਦ ਸਾਹਿਬ ਜੀ ਦੇ ਬਚਨ ਪੜ੍ਹੀਏ, ਤਾਣ ਹੁੰਦਾ ਹੋਏ ਨਿਤਾਣਾ। ਤਾਣ ਵੀ ਹੋਵੇ ਤਾਂ ਵੀ ਤੂੰ ਐਵੇਂ ਆਪਣੇ ਆਪ ਨੂੰ ਉਹਦੇ ਸਾਹਮਣੇ ਸਮਰਪਿਤ ਕਰੇ ਕਿ ਮੇਰੇ ਕੋਲ ਮਾਣ ਵਾਲੀ ਕੋਈ ਚੀਜ਼ ਨਹੀਂ, ਮੈਂ ਬਿਲਕੁਲ ਨਿਤਾਣਾ ਹਾਂ। ਇਹ ਜੀਵਨ ਦੀ ਸਟੇਜ ਹੈ ਜਿਹਨੂੰ ਬਾਹਰੀ ਕਰਮ ਕਾਂਡਾਂ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਹੈ ਜਾਂ ਹੰਢਾਇਆ ਨਹੀਂ ਜਾ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਕਦੇ ਮਨ ਇਸ ਤਰ੍ਹਾਂ ਵੀ ਕਰਦਾ ਹੈ, ਹਉਮੈ ਦਾ ਤਿਆਗ ਕਰਨ ਦਾ ਵਿਖਾਵਾ ਕਰਦਾ ਹੈ, ਪਰ ਹਉਮੈ ਨਾਲ ਹਮੇਸ਼ਾ ਸੰਬੰਧ ਜੋੜੀ ਰੱਖਦਾ ਹੈ। ਕਿਉਂਕਿ ਉਹ ਵਿਖਾਵਾ ਇਸ ਕਰਕੇ ਕਰਦਾ ਹੈ ਕਿ ਲੋਕ ਕਹਿਣ ਵੇਖਿਆ ਕਿੰਨਾ ਵੱਡਾ ਬੰਦਾ, ਕਿੰਨਾ ਧਰਮੀ ਬੰਦਾ, ਕਿੰਨਾ ਗੁਣਵਾਨ ਬੰਦਾ, ਕੇਵਲ ਵਿਖਾਉਣ ਲਈ ਕਰ ਰਿਹਾ। ਘਟ ਘਟ ਮਨਸਾ ਦੁਬਦਾ ਲਾਗੀ, ਘਟ ਘਟ ਹਰ ਹਿਰਦੇ ਵਿੱਚ, ਹਰ ਸਰੀਰ ਵਿੱਚ ਵਸਣ ਵਾਲੇ ਮਨ ਨੂੰ
ਦੁਬਦਾ ਲੱਗੀ ਹੋਈ ਹੈ। ਮਨਸਾ ਮਤਲਬ ਉਹ ਫੁਰਨਿਆਂ ਦੇ ਵਿੱਚ ਉਲਝਿਆ ਹੈ ਤੇ ਦੁਬਦਾ ਦਾ ਸ਼ਿਕਾਰ ਹੈ। ਪਰ ਇਸ ਅਵਸਥਾ ਤੋਂ ਛੁਟਕਾਰਾ ਕਿਵੇਂ ਮਿਲੇਗਾ? ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ, ਰਾਮ ਰਸਾਇਣ ਗੁਰਮੁਖ ਚੱਖ ਹੈ। ਸਾਰੇ ਰਸਾਂ ਦਾ ਸ਼੍ਰੋਮਣੀ ਰਸ ਸਰਵ ਵਿਆਪਕ ਅਕਾਲ ਪੁਰਖ ਜੀ ਦਾ ਨਾਮ ਹੈ। ਜੇ ਗੁਰੂ ਦੇ ਰਾਹੀਂ ਬੰਦਾ ਉਸ ਨੂੰ ਚੱਖ ਲਵੇ ਤਾਂ। ਵੈਸੇ ਰਸ ਬੜੀ ਕਿਸਮ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਿਆਨ ਕੀਤੇ ਹਨ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਰਸ ਦਾ ਅਰਥ ਹੈ ਚਸਕਾ। ਆਨੰਦ ਸਾਹਿਬ ਦੀ ਬਾਣੀ ਚ ਅਸੀਂ ਇੱਕ ਪੰਕਤੀ ਪੜ੍ਹਦੇ ਹਾਂ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਉੱਥੇ ਲੱਭ ਦਾ ਮਤਲਬ ਕੀ ਹੈ? ਚਸਕਾ। ਗੁਰੂ ਨਾਨਕ ਸਾਹਿਬ ਸ੍ਰੀ ਰਾਗ ਦੇ ਸ਼ਬਦ ਵਿੱਚ ਜ਼ਿਕਰ ਕਰਦੇ, ਲੱਭ ਕੁੱਤਾ, ਕੂੜ ਚੂਹੜਾ, ਠੱਗ, ਖਾਦਾ ਮੁਰਦਾਰ, ਪਰ ਨਿੰਦਾ, ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਇਹ ਮੇਰੇ ਕਰਮ ਨੇ, ਵੇਖ ਮੈਂ ਇਹੋ ਜਿਹਾ ਹਾਂ, ਅੰਦਰੋਂ ਮੈਂ ਇਹੋ ਜਿਹਾ ਹਾਂ। ਕੀ? ਲੱਭ ਕੁੱਤਾ। ਲੱਭ ਦਾ ਅਰਥ ਹੈ ਚਸਕਾ। ਚਸਕਿਆਂ ਰੂਪ ਕੁੱਤਾ ਮੇਰੇ ਅੰਦਰ ਵੱਜਾ, ਜਿਹੜਾ ਦਿਨ ਰਾਤ ਭੌਂਕਦਾ ਹੈ, ਦਿਨ ਰਾਤ ਆਵਾਜ਼ ਕਰਦਾ ਹੈ, ਦਿਨ ਰਾਤ ਉਹ ਪਰੇਸ਼ਾਨੀ ਪੈਦਾ ਕਰਦਾ ਹੈ, ਖਲਲ ਪਾਈ ਰੱਖਦਾ ਹੈ, ਕਿਉਂਕਿ ਚਸਕਾ ਮੈਨੂੰ ਟਿਕਣ ਨਹੀਂ ਦਿੰਦਾ। ਚਸਕੇ ਇਹਨੇ ਬਣਾ ਰੱਖੇ ਨੇ ਜੀਵਨ ਦੇ, ਇਹਨੇ ਚਸਕੇ ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਸਾਰਾ ਜੀਵਨ ਗੁਜ਼ਰ ਰਿਹਾ ਹੈ। ਚਸਕਾ ਹੈ। ਲੋੜ ਨਹੀਂ ਹੈ ਚੀਜ਼ ਦੀ ਸਰੀਰ ਨੂੰ, ਫਿਰ ਵੀ ਬੰਦਾ ਉਸ ਨਾਲ ਜੁੜਿਆ ਹੀ ਰਹਿਣਾ ਚਾਹੁੰਦਾ ਹੈ। ਇਹਦਾ ਮਤਲਬ ਉਹ ਚਸਕਾ ਹੀ ਹੈ ਨਾ। ਨਸ਼ੇਖੋਰ ਆਦਮੀ ਜਿਹੜਾ ਹੈ ਉਹ ਕੀ ਉਸ ਦੀ ਇਹ ਖੁਰਾਕ ਹੈ? ਅਗਰ ਉਸ ਦੀ ਖੁਰਾਕ ਹੁੰਦੀ ਨਾ, ਮੈਨੂੰ ਮੁਆਫ ਕਰਨਾ, ਅਕਾਲ ਪੁਰਖ ਵਾਹਿਗੁਰੂ ਕਦੇ ਜ਼ਿਆਦਤੀ ਨਾ ਕਰਦਾ ਮਨੁੱਖ ਦੇ ਨਾਲ। ਉਹ ਮਾਂ ਦੀ ਛਾਤੀ ਦੇ ਵਿੱਚੋਂ ਦੁੱਧ ਨਹੀਂ ਸ਼ਰਾਬ ਪੈਦਾ ਕਰਦਾ। ਜੇ ਮਨੁੱਖ ਦੀ ਬੱਚੇ ਦੀ ਇਹ ਖੁਰਾਕ ਹੁੰਦੀ ਤਾਂ ਇਸ ਧਰਤੀ ਤੇ ਪਾਣੀ ਦੇ ਦਰਿਆ ਨਾ ਵਗਦੇ, ਨਦੀਆਂ ਨਾਲੇ ਬਾਂਡੇ ਨਾ ਵਗਦੇ, ਜ਼ਮੀਨ ਨੂੰ ਖੋਦਿਆਂ ਪਾਣੀ ਨਾ ਸ਼ਰਾਬ ਨਿਕਲਦਾ ਹੀ। ਜੇਕਰ ਇਹ ਬੰਦੇ ਦੀ ਖੁਰਾਕ ਹੁੰਦੀ ਤਾਂ। ਪਰ ਇਹ ਤੇਰੀ ਖੁਰਾਕ ਨਹੀਂ ਸੀ ਜਿਸ ਨੂੰ ਤੂੰ ਖੁਰਾਕ ਬਣਾਏ। ਕੀ ਹੈ ਇਹ? ਚਸਕਾ ਹੀ ਹੈ ਨਾ। ਕੀ ਹੈ? ਕੀ ਇਹ ਤੇਰੀ ਖੁਰਾਕ ਹੈ? ਕੀ ਇਸ ਤੋਂ ਬਿਨਾਂ ਤੂੰ ਜਿਉਂਦਾ ਨਹੀਂ ਰਹਿ ਸਕਦਾ ਹੈ? ਕੀ ਇਸ ਤੋਂ ਬਿਨਾਂ ਤੇਰਾ ਸਰਦਾ ਨਹੀਂ ਹੈ? ਕੀ ਇਸ ਦਾ ਸੇਵਨ ਕਰਕੇ ਤੂੰ ਸਹੀ ਢੰਗ ਨਾਲ ਜੀਵਨ ਜੀਉ ਸਕਦਾ ਹੈ? ਚਸਕਾ ਹੈ, ਹੋਰ ਕੀ ਹੈ? ਰਸ ਹੈ। ਰਸ ਕਾ ਸਾਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਇਹ ਹੈ ਲੱਭ ਦਾ ਕੁੱਤਾ ਅੰਦਰ ਵੱਜਾ, ਜਿਹੜਾ ਭੌਂਕਦਾ ਤੇ ਮਜਬੂਰ ਕਰਦਾ ਹੈ ਕਿ ਮੈਨੂੰ ਹੁਣ ਬੁਰਕੀ ਪਾਈ ਜਾਣੀ ਚਾਹੀਦੀ ਹੈ, ਮੈਨੂੰ ਰੋਟੀ ਦਾ ਨਿਵਾਲਾ ਮੇਰੇ ਅੱਗੇ ਸੁੱਟਿਆ ਜਾਣਾ ਚਾਹੀਦਾ। ਚਸਕੇ ਨੇ ਮਜਬੂਰ ਕੀਤਾ। ਬੰਦੇ ਨੇ ਆਪਣੇ ਬੱਚਿਆਂ ਦੇ ਭਵਿੱਖ ਦਾ ਖਿਆਲ ਨਹੀਂ ਕੀਤਾ। ਆਪਣੀ ਇੱਜ਼ਤ ਆਬਰੂ, ਮਿਹਨਤ ਮਸ਼ੱਕਤ ਨਾਲ ਕਮਾਈ, ਦੌਲਤ, ਪਰਿਵਾਰ, ਸਮਾਜਿਕ ਸਟੇਟਸ ਸਭ ਕੁਝ ਨੂੰ ਦਾਅ ਤੇ ਲਾ ਕੇ ਉਹ ਬੰਦਾ ਆਪਣਾ ਚਸਕਾ ਪੂਰਾ ਕਰਨ ਵਾਸਤੇ ਤੁਰ ਪਿਆ। ਅੰਦਰ ਦਾ ਕੁੱਤਾ ਭੌਂਕਿਆ ਚਸਕੇ ਦਾ, ਲੱਭ ਦਾ, ਤੇ ਉਸ ਨੂੰ ਬੁਰਕੀ ਪਾਉਣ ਵਾਸਤੇ ਬੰਦਾ ਮਿਹਨਤ ਕਰ ਰਿਹਾ, ਦਰ ਬਦਰ ਭਟਕ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਹ ਹਨ ਚਸਕੇ ਰਸ। ਪਰ ਇਹਨਾਂ ਰਸਾਂ ਤੋਂ ਇੱਕ ਸ਼੍ਰੋਮਣੀ ਰਸ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਸਾਰੇ ਰਸ ਨਿਰਸ ਜਾਪਣ ਲੱਗ ਪੈਣਗੇ। ਸਮਝ ਆ ਜਾਵੇਗੀ ਕਿ ਇਹਨਾਂ ਦਾ ਅਸਲਾ ਕੀ ਹੈ। ਜਿਸ ਦਿਨ ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਫਿਰ ਇਹ ਰਸ ਜਿਹੜੇ ਨੇ ਚੰਗੇ ਨਹੀਂ ਲੱਗਣਗੇ। ਫਿਰ ਸਮਝ ਆ ਜਾਵੇਗੀ ਕਿ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਸੱਚਾ ਅਮਲ ਕਾਹਦਾ ਹੈ? ਸੱਚਾ ਅਮਲ ਜੋ ਨਾਮ ਦਾ ਰਸ ਪੀਂਦੇ ਹਨ, ਨਾਮ ਦਾ ਨਸ਼ਾ ਕਰਦੇ ਹਨ, ਜਿਹੜਾ ਮਨ ਨੂੰ ਟਿਕਾਣੇ ਲਿਆਉਂਦਾ ਹੈ, ਸੁਰਤੀ ਨੂੰ ਬੰਦਲਾਉਂਦਾ ਨਹੀਂ, ਸੁਰਤੀ ਨੂੰ ਟਿਕਾਣੇ ਤੇ ਲੈ ਕੇ ਆਉਂਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਦਰ ਘਰ ਮਹਿਲੀ ਹਰ ਪਤ ਰੱਖ ਹੈ, ਅੰਦਰ ਬਾਹਰ ਉਹ ਪ੍ਰਭੂ ਦੇ ਦਰਬਾਰ ਨੂੰ ਮਹਿਸੂਸ ਕਰਦਾ ਹੈ। ਵਾਹਿਗੁਰੂ ਫਿਰ ਵਿਕਾਰਾਂ ਚ ਉਸ ਨੂੰ ਭਟਕਣ ਨਹੀਂ ਦਿੰਦਾ ਤੇ ਉਹਦੀ ਇੱਜ਼ਤ ਪੱਤ ਦਾ ਰਾਖਾ ਬਣਦਾ ਹੈ। ਗੁਰਦੇਵ ਜੀ ਆਖਦੇ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਰਾਜਾ ਹੈ, ਇਹ ਹਕੂਮਤ ਚਲਾ ਰਿਹਾ ਸਾਰੇ ਸਰੀਰ ਦੇ ਉੱਤੇ। ਮਨ ਰਾਜਾ ਸੁਲਤਾਨ। ਸੂਰ ਸੰਗਰਾਮ ਦਾ ਮਤਲਬ ਹੈ ਸੂਰਮਿਆਂ ਵਾਂਗ ਸੰਗਰਾਮ, ਲੜਾਈ ਲੜ ਰਿਹਾ ਰਣ ਭੂਮੀ ਦੇ ਵਿੱਚ। ਬੜਾ ਕਰੜਾ ਯੁੱਧ ਹੈ ਮਨ ਦਾ, ਬਹੁਤ ਵੱਡਾ ਯੁੱਧ ਹੈ। ਵੈਸੇ ਅਸੀਂ ਬੜੇ ਭਰਮ ਇਕੱਠੇ ਕਰ ਰੱਖੇ ਨੇ ਸਮਾਜ ਦੇ ਅੰਦਰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜੇ ਅਸੀਂ ਧਿਆਨ ਨਾਲ ਪੜ੍ਹੀਏ ਨਾ
ਸਤਿਗੁਰੂ ਦੀ ਬਾਣੀ ਸ਼ਸਤਰਾਂ ਦਾ ਜ਼ਿਕਰ ਕਰਦੀ। ਸ਼ਸਤਰ ਮਤਲਬ ਹਥਿਆਰ, ਲੜਾਈ ਦੇ ਔਜ਼ਾਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਤੀਰ, ਅਣਿਆਲਾ ਤੀਰ, ਤਿੱਖਾ ਤੀਰ ਜਿਹੜਾ ਵੱਜ ਜਾਏ। ਹਰ ਪ੍ਰੇਮ ਬਾਣੀ ਮਨ ਮਾਰਿਆ, ਗੁਰੂ ਦੀ ਪ੍ਰੇਮ ਵਾਲੀ ਬਾਣੀ ਨੇ ਮਨ ਨੂੰ ਮਾਰ ਸੁੱਟਿਆ। ਕਿਹਦੇ ਨਾਲ? ਅਣਿਆਲੇ ਅਣੀਆਂ ਰਾਮ ਰਾਜੇ, ਤਿੱਖੇ ਤੀਰ ਦੇ ਨਾਲ। ਕਬੀਰ ਚੇ ਚੋਟ ਸੁਹੇਲੀ ਸੇਲ ਕੀ, ਤਿੱਖੇ ਬਰਸ਼ੇ ਦੀ ਚੋਟ ਏਡੀ ਸੁਖ ਵਾਲੀ ਹੈ। ਗੁਰੂ ਦਾ ਗਿਆਨ ਦਾ ਨੇਜਾ ਜਿਹੜਾ ਹੈ ਨਾ, ਮਨ ਸ਼ਬਦ ਗੁਰ ਨੇਜਾ ਗੱਡਿਓ, ਭੱਟ ਸਾਹਿਬਾਨ ਨੇ ਆਖਿਆ। ਹੋਰ ਸੁਣੋ, ਗਿਆਨ ਖੜਗ ਲੈ ਮਨ ਸਿਓ ਲੂਝੈ। ਗਿਆਨ ਦੀ ਤਲਵਾਰ ਗੁਰੂ ਕੋਲੋਂ ਲੈ ਤੇ ਆਪਣੇ ਮਨ ਨਾਲ ਇੱਕ ਘੋਰ ਯੁੱਧ ਕਰ, ਇੱਕ ਲੜਾਈ ਕਰ। ਇਸ ਤਲਵਾਰ ਦਾ ਜ਼ਿਕਰ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ। ਗਰੀਬੀ ਗਦਾ ਹਮਾਰੀ, ਗੁਰਜ ਲੜਾਈ ਵਾਸਤੇ ਗਦਾ, ਗਰੀਬੀ ਨਿਮਰਤਾ। ਖੰਨਾ ਸਗਲ ਰੇ ਨਿਸ਼ਾਰੀ, ਉਹਦੇ ਰਾਹ 'ਚ ਖਾਕ ਹੋ ਜਾਣਾ ਮੇਰੇ ਲਈ ਖੰਡੇ ਦੇ ਸਮਾਨ ਹੈ। ਦੋ ਧਾਰਾ ਖੰਡਾ ਜਿਹਦੇ ਨਾਲ ਮੈਂ ਹੰਕਾਰ ਦਾ ਸਿਰ ਲਾ ਕੇ ਸੁੱਟ ਦਿਆਂ। ਖੰਨਾ ਸਗਲ ਰੇ ਨਿਸ਼ਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ, ਕੋ ਨਾ ਟਿਕੈ ਵਿਕਾਰੀ। ਹੁਣ ਇਹ ਵੀ ਸ਼ਸਤਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦੱਸੇ ਗਏ ਨੇ। ਇਹਨਾਂ ਦੀ ਵਰਤੋਂ ਕਰਨੀ ਹੈ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ। ਪਰ ਧਿਆਨ ਦਿਓ, ਜਿਸ ਨੇ ਸਤਿਗੁਰੂ ਦੀ ਬਾਣੀ ਦੇ ਹਰਫ ਨੂੰ, ਇੱਕ ਇੱਕ ਅੱਖਰ ਨੂੰ, ਇੱਕ ਇੱਕ ਵਿਚਾਰ ਨੂੰ ਇਸ ਤਰ੍ਹਾਂ ਅਪਣਾਇਆ ਹੈ, ਉਹੀ ਮਹਾਨ ਯੋਧਾ ਬਣ ਕੇ ਦੁਨੀਆ ਦੇ ਵਿੱਚ ਵਿਚਰਦਾ ਹੈ। ਵਰਨਾ ਕੀ ਹੁੰਦਾ ਹੈ? ਉਹ ਮਨੁੱਖ ਬਾਹਰੀ ਸ਼ਸਤਰਾਂ ਦੀ ਪੂਜਾ ਤਾਂ ਕਰ ਲੈਂਦਾ, ਪਰ ਅੰਦਰ ਕੀ ਹੈ ਉਹਦੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇਹ ਮਨ ਰਾਜਾ ਸੂਰ ਸੰਗਰਾਮ, ਇਹ ਮਨ ਹਕੂਮਤ ਕਰ ਰਿਹਾ, ਇੱਕ ਰਾਜੇ ਵਾਂਗ ਤਾਨਾਸ਼ਾਹੀ ਚਲਾ ਰਿਹਾ ਇਸ ਸਰੀਰ ਦੇ ਉੱਤੇ, ਵਿਕਾਰਾਂ ਵਾਲੇ ਪਾਸੇ ਗਿਆਨ ਇੰਦਰੀਆਂ ਨੂੰ ਪ੍ਰੇਰ ਰਿਹਾ। ਸਤਿਗੁਰੂ ਜੀ ਕਹਿੰਦੇ ਸੂਰ ਸੰਗਰਾਮ, ਇਹ ਬੜਾ ਘੋਰ ਯੁੱਧ ਲੜਾਈ ਦੇ ਮੈਦਾਨ ਦੇ ਵਿੱਚ ਸੂਰਮਾ ਬਣ ਕੇ ਕਰ ਰਿਹਾ, ਪਰ ਇਸ ਦਾ ਯੁੱਧ ਇਨਸਾਫ ਲਈ ਨਹੀਂ, ਨਿਆਂ ਲਈ ਨਹੀਂ, ਸਚਾਈ ਲਈ ਨਹੀਂ, ਬਲਕਿ ਬੇਇਨਸਾਫੀ ਤੇ ਜ਼ੁਲਮ ਵਾਸਤੇ ਹੈ। ਇਹ ਮਨ ਨਿਰਭਉ ਗੁਰਮੁਖ ਨਾਮ, ਪਰ ਸਤਿਗੁਰੂ ਜੀ ਕਹਿੰਦੇ ਇਹ ਮਨ ਸੁਚੱਜੇ ਘਰ 'ਚ ਆ ਸਕਦਾ ਹੈ। ਇਹ ਮਨ ਨਿਰਭੈ, ਡਰ ਤੋਂ ਰਹਿਤ ਹੋ ਸਕਦਾ ਹੈ। ਕਿਵੇਂ ਹੋ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਗੁਰਮੁਖ ਨਾਮ, ਗੁਰੂ ਦੇ ਰਾਹੀਂ ਜਦੋਂ ਇਹ ਨਾਮ ਵਿੱਚ ਜੁੜਦਾ ਹੈ ਤਾਂ ਇਹਦੇ ਸਾਰੇ ਡਰ ਸਹਿਬ ਮੁੱਕ ਜਾਂਦੇ ਨੇ, ਵਿਕਾਰਾਂ ਦੇ ਪ੍ਰਭਾਵ ਇਹਦੇ ਤੋਂ ਪਰੇ ਚਲੇ ਜਾਂਦੇ ਨੇ। ਸਤਿਗੁਰੂ ਜੀ ਆਖਦੇ ਮਾਰੇ ਪੰਚ ਅਪੁਨੈ ਵਸ ਕੀਏ, ਫਿਰ ਇਹ ਮਨ ਪੰਜਾਂ ਦੇ ਨਾਲ ਲੜਾਈ ਲੜਦਾ ਹੈ, ਪੰਜਾਂ ਦੇ ਨਾਲ ਯੁੱਧ ਕਰਦਾ ਹੈ। ਐਸੋ ਕੌਣ ਬਲੀਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਸੋ ਪੂਰਾ ਏ ਕਲੀਰੇ। ਵੱਡੀ ਕੌਮ ਵਸ ਭਾਗੈ ਨਾਹੀ, ਮੋਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੈ ਝਲੀ ਰੇ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹੀਏ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚੋਂ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਮਨ ਨੇ ਯੁੱਧ ਕਰਨਾ, ਇੱਕ ਲੜਾਈ ਲੜਨੀ ਹੈ। ਇੱਕ ਉਹ ਕਿਹੜੀ ਲੜਾਈ ਹੈ? ਬੜੇ ਕੀਮਤੀ ਬਚਨ ਨੇ ਉਹਨਾਂ ਦੇ। ਹੇ ਅਜਿਤ ਸੂਰ ਸੰਗਰਾਮੂ ਅਤ ਬਲਨਾ ਬਹੁ ਮਰਦਨ ਹੈ, ਬੜਾ ਅਜਿਤ ਸੂਰਮਾ ਹੈ ਹਉਮੈ ਅਹੰਕਾਰ ਮੋਹ ਲੋਭ ਕਾਮ ਕ੍ਰੋਧ। ਇਹਨਾਂ ਦੇ ਨਾਲ ਘੋਰ ਯੁੱਧ ਹੋਣਾ ਹੈ, ਬੜਾ ਘੋਰ ਯੁੱਧ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਾਰੇ ਪੰਚ ਅਪੁਨੇ ਵਸ ਕੀਏ, ਆਪਣੇ ਵਸ ਕਰ ਲੈ, ਆਪਣੇ ਕਾਬੂ 'ਚ ਕਰ ਲੈ। ਹਉਮੈ ਗਰਾਸ ਇਕਤ ਥਾਏ ਕੀਏ, ਹਉਮੈ ਨੂੰ ਪਰਾਂ ਕਰਕੇ, ਹਉਮੈ ਦੇ ਪ੍ਰਭਾਵ ਤੋਂ ਮਨ ਜਦੋਂ ਮੁਕਤ ਹੋ ਗਿਆ, ਇਹਨਾਂ ਪੰਜਾਂ ਵਿਕਾਰਾਂ ਨੂੰ ਉਹਨੇ ਇਕੱਠਿਆਂ ਕਰਕੇ ਇੱਕ ਥਾਂ ਤੇ ਕਾਬੂ ਕਰ ਲਿਆ, ਕਾਬੂ ਕਰ ਲਿਆ। ਪਰ ਕਾਬੂ ਕਰਨ ਦਾ ਅਰਥ ਕੀ ਹੈ? ਇਹਨਾਂ ਦੀ ਸੁਚੱਜੀ ਵਰਤੋਂ ਕਰਨ ਲੱਗ ਪਿਆ, ਸੁਚੱਜੀ ਵਰਤੋਂ ਕਰਨ ਲੱਗ ਪਿਆ। ਸਤਿਗੁਰੂ ਜੀ ਆਖਦੇ ਨੇ ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰੂ ਦੇ ਰਾਹੀਂ ਮਨੁੱਖ ਮਨ ਕਰਕੇ ਰਾਗ ਦਵੈਕ, ਰਾਗ ਦਾ ਅਰਥ ਹੈ ਦਵੈਕ, ਈਰਖਾ ਦਾ ਤਿਆਗ ਕਰਦਾ ਹੈ, ਇਤਿਆਦਿਕ ਵਿਕਾਰਾਂ ਨੂੰ ਛੱਡ ਦਿੰਦਾ ਹੈ। ਜਦੋਂ ਗੁਰੂ ਦੇ ਗਿਆਨ ਦੀ ਕਮਾਈ ਕਰਦਾ ਹੈ, ਗੁਰਮੁਖ ਇਹ ਮਨ ਭਗਤੀ ਲਾਗੇ, ਗੁਰੂ ਦੇ ਰਾਹੀਂ ਇਹ ਮਨ ਫਿਰ ਭਗਤੀ 'ਚ ਲੱਗ ਜਾਂਦਾ ਹੈ, ਬੰਦਗੀ 'ਚ ਲੱਗ ਜਾਂਦਾ ਹੈ, ਇਬਾਦਤ ਵਿੱਚ ਜੁੜਦਾ ਹੈ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਫਿਰ ਜਿਸ ਦੀ ਹੱਦ ਕੋਈ ਨਹੀਂ, ਉਹ ਨਾਮ ਜਿਹੜਾ ਕਦੇ ਖਤਮ ਨਹੀਂ ਜੇ ਹੁੰਦਾ। ਇਹ ਨਹੀਂ ਵੀ ਮਾਲਾ ਦਾ 101 ਮਣਕਾ ਮੁੱਕ ਗਿਆ ਤੇ ਸਿਮਰਨ ਫੇਰ ਦੁਬਾਰਾ ਸ਼ੁਰੂ ਹੋਏਗਾ, ਇੱਥੇ ਮੁੱਕ ਜਾਂਦਾ ਨਹੀਂ, ਤਾਂ ਚੱਲ ਰਿਹਾ, ਸਾਥ ਸਾਥ ਚੱਲ ਰਿਹਾ। ਉਹ ਤਾਂ ਜਪਾ ਜਾਪ ਹੋ ਰਿਹਾ, ਉਹ ਤਾਂ ਊਠਤ ਬੈਠਤ ਸੋਵਤ ਨਾਮ, ਸੋਵਤ ਸੌਂਦਿਆਂ ਵੀ ਚੱਲ ਰਿਹਾ। ਬਸ ਜੀਵਨ ਇਸ
ਇਸ ਸੱਚੇ 'ਚ ਫਿੱਟ ਹੋ ਜਾਵੇ ਨਾ, ਫਿਰ ਉਹਦਾ ਹੀ ਹੁੰਦਾ ਕਿਆ ਸਮਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆਤਮ ਚੀਨ ਭਏ ਨਿਰੰਕਾਰੀ, ਆਪਣੇ ਆਤਮ ਨੂੰ ਚੀਨ ਕੇ ਪਛਾਣ ਕੇ ਉਹ ਨਿਰਾਕਾਰ ਵਾਹਿਗੁਰੂ ਦੇ ਵਿੱਚ ਸੁਰਤ ਕਰਕੇ ਮਨ ਕਰਕੇ ਲੀਨ ਹੋ ਜਾਂਦੇ ਹਨ, ਇੱਕ ਸੁਰ ਹੋ ਜਾਂਦੇ, ਸੁਰਤੀ ਕਰਕੇ ਲੀਨ ਹੋ ਜਾਂਦੇ ਹਨ। ਉਹ ਫਿਰ ਰੱਬ ਨੂੰ ਹੰਡਾਉਂਦੇ ਨੇ, ਉਹ ਜਿਉਂਦੇ ਨੇ, ਉਹ ਸਦਾ ਹੀ ਆਪਣੇ ਨਾਲ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਦੀ ਨੇੜਤਾ ਦਾ ਆਨੰਦ ਮਾਣਦੇ ਹਨ। ਮਹਾਰਾਜ ਜੀ ਆਖਦੇ ਇਹ ਮਨ ਨਿਰਮਲ ਦਰ ਘਰ ਸੋਈ। ਇਹ ਮਨ ਜਦੋਂ ਪਵਿੱਤਰ ਹੋ ਜਾਂਦਾ ਹੈ, ਜਦੋਂ ਇਹ ਇਸ ਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ, ਫਿਰ ਇਸ ਨੂੰ ਨਜ਼ਰ ਆਉਂਦਾ ਹੈ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਦਰ ਘਰ ਸੋਈ। ਹਰ ਜਗ੍ਹਾ ਤੇ ਉਹ ਆਪ ਵਿਆਪਕ ਹੈ, ਉਹਦੀ ਜੋਤ ਸੱਤਾ ਹੀ ਕੰਮ ਕਰ ਰਹੀ ਹੈ। ਮਹਾਰਾਜ ਆਖਦੇ ਗੁਰਮੁਖ ਭਗਤ ਭਾਉ ਤੁਨ ਹੋਈ। ਗੁਰੂ ਦੇ ਰਾਹੀਂ ਇਸ ਦੇ ਅੰਦਰ ਭਗਤੀ ਦੀ ਧੁਨ ਪੈਦਾ ਹੁੰਦੀ, ਪ੍ਰੇਮਾ ਭਗਤੀ ਦੀ ਆਵਾਜ਼ ਉੱਠਦੀ ਹੈ ਇਸ ਦੇ ਮਨ ਅੰਦਰ, ਹੱਠ ਦੀ ਨਹੀਂ, ਪ੍ਰੇਮਾ ਭਗਤੀ ਦੀ। ਗੁਰਦੇਵ ਕਹਿੰਦੇ ਐਨਸ ਹਰ ਜਸ ਗੁਰ ਪ੍ਰਸਾਦ। ਦਿਨ ਰਾਤ ਫਿਰ ਗੁਰੂ ਦੀ ਕਿਰਪਾ ਨਾਲ ਇਹ ਹਰੀ ਦਾ ਜਸ ਕਰਦਾ ਹੈ, ਵਡਿਆਈ ਕਰਦਾ ਹੈ, ਗੁਣ ਗਾਉਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਘਟ ਘਟ ਸੋ ਪ੍ਰਭ ਆਦ ਜੁਗਾਦ। ਫਿਰ ਇਸ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਹਮੇਸ਼ਾ ਲਈ, ਆਦ ਤੋਂ ਹਮੇਸ਼ਾ ਦੇ ਲਈ ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਵਿੱਚ ਵਿਆਪਕ ਰਹਿੰਦਾ ਹੈ। ਉਹ ਸਦੀਵੀ ਵਾਹਿਗੁਰੂ ਦੇ ਨਾਲ ਫਿਰ ਜੁੜ ਜਾਂਦਾ ਹੈ। ਮਰ ਮੁੱਕ ਜਾਣ ਵਾਲਿਆਂ ਦੀ ਪੂਜਾ ਨਹੀਂ ਕਰਦਾ, ਮਰ ਮੁੱਕ ਜਾਣ ਵਾਲਿਆਂ ਦੇ ਚਰਨਾਂ ਤੇ ਨਹੀਂ ਟਹਿੰਦਾ। ਦੁਨੀਆ ਨਾ ਸਾਲਾ ਜੋ ਮਰ ਵੰਜਸੀ, ਲੋਕਾਂ ਨਾ ਸਾਲਾ ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈ ਹੈ ਸੱਚਾ ਵੇ ਪਰਵਾਹ। ਉਹ ਕਿਉਂ ਕਿਸੇ ਹੋਰ ਦਰ ਦੇ ਉੱਤੇ ਭਟਕੇਗਾ? ਕੋਈ ਮੜੀ ਤੇ ਨਤਮਸਤਕ ਹੋ ਰਿਹਾ ਹੈ, ਉਹ ਕੀ ਹੈ ਕਿ ਇੱਥੇ ਕੋਈ ਵਿਅਕਤੀ ਜਿਹੜਾ ਕਿ ਮਰ ਗਿਆ, ਉਸ ਨੂੰ ਸਾੜਿਆ ਗਿਆ ਤੇ ਉਹਦੀ ਮੜੀ ਬਣਾ ਕੇ ਉਸ ਦੀ ਪੂਜਾ ਕਰ ਲਈ, ਉਹਦੇ ਨਾਮ ਦੇ ਉੱਤੇ ਇੱਟਾਂ ਨੂੰ ਹੀ ਪੂਜਿਆ ਜਾ ਰਿਹਾ, ਹੋਰ ਕੀ ਹੈ? ਕੋਈ ਵਿਅਕਤੀ ਮਰ ਗਿਆ, ਉਸ ਨੂੰ ਦਫਨ ਕਰ ਦਿੱਤਾ, ਉਹਦੀ ਕਬਰ ਬਣਾ ਦਿੱਤੀ, ਉਹਦੇ ਉੱਤੇ 4 ਇੱਟਾਂ ਲਾ ਦਿੱਤੀਆਂ, ਉਹਦਾ ਸਰੀਰ ਗਲ ਸੜ ਗਿਆ, ਕੀੜੇ ਖਾ ਗਏ, ਮਿੱਟੀ ਦੇ ਵਿੱਚ ਰਲ ਗਿਆ, ਔਰ ਉਹਨਾਂ 4 ਇੱਟਾਂ ਨੂੰ ਬੰਦਾ ਅੱਜ ਤੱਕ ਮੱਥਾ ਟੇਕੀ ਜਾ ਰਿਹਾ ਹੈ। ਕਿਸੇ ਨੂੰ ਜਠੇਰੇ ਕਹਿ ਕੇ ਪੂਜ ਰਿਹਾ ਹੈ, ਕਿਸੇ ਨੂੰ ਪੂਰਵਜ ਕਹਿ ਕੇ ਪੂਜ ਰਿਹਾ ਹੈ, ਕਿਸੇ ਨੂੰ ਕੁਝ ਕਰਕੇ ਪੂਜ ਰਿਹਾ। ਕੀ ਇਸ ਤਰ੍ਹਾਂ ਉਹਨਾਂ 4 ਇੱਟਾਂ ਨੂੰ ਪੂਜਣ ਦੇ ਨਾਲ ਕੋਈ ਜੀਵਨ ਦਾ ਦਸ਼ਾ ਬਦਲ ਜਾਂਦੀ ਹੈ? ਫਿਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਆਪ ਜੰਮਣ ਤੇ ਮਰਨ ਦੇ ਗੇੜ ਵਿੱਚ ਸੀ, ਕੀ ਉਹ ਕੁਦਰਤ ਦੇ ਕਿਸੇ ਅਸੂਲ ਨੂੰ ਬਦਲ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤਾਂ ਇਹ ਕਹਿੰਦੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ, ਕਰਨ ਵਾਲਾ ਤੂੰ ਹੈ, ਕਰਨ ਵਾਲਾ ਤੂੰ ਕਰਤਾਰ, ਕਰਤਾਰ ਦਾ ਅਰਥ ਹੈ ਤੂੰ ਕਰਨ ਵਾਲਾ ਹੈ। ਪਰ ਇੱਥੇ ਬੰਦਾ 4 ਇੱਟਾਂ ਦੇ ਅੱਗੇ ਭੀਖ ਮੰਗ ਰਿਹਾ ਕਿ ਮੈਨੂੰ ਜੀਵਨ ਦਾ ਸੁੱਖ ਦਿਓ, ਮੇਰੇ ਘਰ ਆ ਚਾਹੀਦਾ, ਉਹ ਚਾਹੀਦਾ, ਇਸ ਤਰ੍ਹਾਂ ਹੋਵੇ, ਉਸ ਤਰ੍ਹਾਂ ਨਾ ਹੋਵੇ। ਕਿੱਥੇ ਭੀਖ ਮੰਗ ਰਿਹਾ? ਉਹ ਭਾਈ ਗੁਰੂ ਅਰਜਨ ਸਾਹਿਬ ਕਹਿ ਰਹੇ ਤੂੰ ਕਰਤਾਰ, ਕਰਨ ਵਾਲਾ ਕੋਈ ਹੋਰ ਹੈ। ਕਰਨ ਕਾਰਨ ਪ੍ਰਭ ਏਕ ਹੈ। ਪੜਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਰਨ ਕਾਰਨ ਪ੍ਰਭ ਏਕ ਹੈ? ਕਰਨ ਕਾਰਨ ਕਈ ਲੋਕ ਜ਼ਿੱਦ ਕਰਦੇ ਨੇ, ਜਿਹੜੀ ਮੜੀ ਨੂੰ ਜਾਂ ਕਬਰ ਨੂੰ ਉਹ ਮੱਥਾ ਟੇਕਦੇ ਮੰਨਦੇ ਹੋਣਗੇ, ਉੱਥੇ ਉਹ ਚਾਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਵੀ ਕੀਤਾ ਜਾਏ। ਪਰ ਭਲਿਓ ਕਦੇ ਗੁਰੂ ਸਾਹਿਬ ਦੇ ਕੋਲ ਬੈਠ ਕੇ ਸੁਣੋ ਤਾਂ ਸਹੀ ਕਿ ਗੁਰੂ ਕਹਿੰਦੇ ਕੀ ਨੇ? ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਲ ਸੋਏ। ਉਹੀ ਗੁਰੂ ਕਹਿ ਰਿਹਾ ਜਿਹਨੂੰ ਉੱਥੇ ਲੈ ਜਾਣ ਦੀ ਜ਼ਿੱਦ ਕਰੀ ਬੈਠੇ ਹੋ। ਉਹ ਗੁਰੂ ਆ ਵੀ ਕਹਿ ਰਿਹਾ, ਸੁਣੋ ਤਾਂ ਸਹੀ ਇਸ ਗੱਲ ਨੂੰ। ਉਹ ਗੁਰੂ ਇਹ ਵੀ ਕਹਿ ਰਿਹਾ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ। ਸਤਿਗੁਰੂ ਮਹਾਰਾਜ ਆਖਦੇ ਨੇ ਤੇਰੀ ਰਜ਼ਾ ਹੀ ਵਰਤ ਰਹੀ ਹੈ ਸਾਰੇ ਪਾਸੇ। ਤੂੰ ਕਰਨ ਵਾਲਾ ਹੈ, ਤੂੰ ਦਾਤਾਰ ਹੈ, ਤੂੰ ਦਾਤਾਂ ਦੇਣ ਵਾਲਾ ਹੈ। ਇੰਨੇ ਕੀਮਤੀ ਬਚਨ ਇਸੇ ਬਾਣੀ ਦੇ ਵਿੱਚ ਹੀ ਲਿਖੇ ਨੇ, ਇਸੇ ਬਾਣੀ ਦੇ ਵਿੱਚ ਹੀ ਲਿਖੇ ਨੇ, ਜਿਨ੍ਹਾਂ ਨੂੰ ਅਸੀਂ ਪੜ੍ਹੀਏ ਤੇ ਸੋਚੀਏ ਤਾਂ ਸਹੀ ਵੀ ਜੇ ਕਰਤਾ ਇੱਕ ਹੈ, ਕਰਤਾਰ ਇੱਕ ਹੈ, ਜੇ ਦਾਤਾਰ ਇੱਕ ਹੈ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ ਗੰਤ ਭਰੇ ਭੰਡਾਰ। ਭਰੋਸਾ ਵੀ ਤਾਂ ਕਰੀਏ ਨਾ ਆਪਣੇ ਮਨ ਅੰਦਰ ਕਿ ਗੁਰੂ ਸਾਹਿਬ ਜੀ ਜੋ ਤੁਸੀਂ ਆਖਦੇ ਹੋ ਅਸੀਂ ਇਹਦੇ ਤੇ ਭਰੋਸਾ ਕਰਦੇ, ਇਸ ਨੂੰ ਮੰਨਦੇ ਹਾਂ। ਤੇ ਇਹਨੂੰ ਮੰਨਣ ਦਾ ਅਰਥ ਹੈ ਜੇ ਤੁਸੀਂ ਆਖਿਆ ਨਾ ਕਿ ਉਹ ਦਾਤਾਰ ਤੇ ਕਰਤਾਰ ਇੱਕ ਹੈ, ਫਿਰ ਹੋਰ ਕਰਤਿਆਂ ਨੂੰ ਜਿਹੜੇ ਕਿ ਆਪੇ ਹੀ ਬਣੇ ਜਾਂ ਬਣਾ ਦਿੱਤੇ ਗਏ ਉਹਨਾਂ ਨੂੰ ਕੀ ਮੰਨਣ ਦਾ ਅਰਥ ਹੈ? ਫਿਰ ਤਾਂ ਤੁਸੀਂ ਕਿਹਾ ਜੋ ਗੁਰ ਕਹੈ ਸੋਈ ਭਲ ਮੰਨੋ, ਫਿਰ ਮੈਂ ਮੰਨ ਲਿਆ, ਹਾਂ ਵਾਕਈ ਉਹ ਕਰਤਾਰ ਹੈ,
ਹਾਂ ਵਾਕਈ ਉਹ ਦਾਤਾਰ ਹੈ, ਹੋਰ ਕੋਈ ਦਾਤਾਰ ਜਾਂ ਕਰਤਾ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇਹ ਸਮਝ ਆ ਗਈ ਰਾਮ ਰਸਾਇਣ ਇਹ ਮਨ ਮਾਤਾ। ਮਾਤਾ ਦਾ ਮਤਲਬ ਮਸਤ ਹੋਇਆ, ਜੁੜਿਆ ਪੂਰੀ ਤਰ੍ਹਾਂ ਨਾਲ ਉਹਦੇ ਵਿੱਚ ਆਪਣੇ ਆਪ ਨੂੰ ਅਭੇਦ ਕਰ ਦੇਣ ਵਾਲਾ ਮਾਤਾ, ਮਸਤ। ਸਰਵ ਵਿਆਪਕ ਪ੍ਰਭੂ ਜੀ ਦੇ ਨਾਮ ਦੇ ਰਸ ਵਿੱਚ ਇਹ ਨਾਮ ਦੀ ਦਾਤ ਕਿੱਥੋਂ ਮਿਲਦੀ? ਬਾਰ-ਬਾਰ ਸਤਿਗੁਰੂ ਇਹਦਾ ਜ਼ਿਕਰ ਕਰਦੇ ਨੇ। ਨਾਮ ਸ਼ਬਦੋਂ ਹੀ ਭਗਤ ਉਪਜੈ, ਸ਼ਬਦੇ ਮੇਲ ਮਿਲਾਇਆ। ਸ਼ਬਦ ਰਾਹੀਂ ਨਾਮ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਗੱਲ ਕਹੀ ਗਈ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਗੁਰਬਾਣੀ ਦਾ ਵਰਤਾਰਾ ਵਰਤ ਰਹੇ, ਇਸ ਬਾਣੀ ਦੇ ਵਿੱਚੋਂ ਹੀ ਹਰੀ ਦੇ ਨਾਮ ਦੀ ਪ੍ਰਾਪਤੀ ਹੋਵੇਗੀ। ਬੜੇ ਬਚਨ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਇਹ ਗੱਲ ਸਪਸ਼ਟ ਕੀਤੀ ਹੈ ਸਤਿਗੁਰੂ ਜੀ ਨੇ ਕਿ ਨਾਮ ਮਿਲਦਾ ਸ਼ਬਦ ਵਿੱਚੋਂ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਇਸ ਬਾਣੀ ਤੋਂ ਹਰੀ ਨਾਮ ਤੈਨੂੰ ਮਿਲੇਗਾ। ਇਹਦਾ ਮਤਲਬ ਪਹਿਲਾਂ ਸਾਨੂੰ ਬਾਣੀ ਦੇ ਉਪਦੇਸ਼ ਨੂੰ ਸਮਝਣਾ, ਮੰਨਣਾ ਤੇ ਕਮਾਉਣਾ ਪਵੇਗਾ। ਪਰ ਮੈਂ ਬੇਨਤੀ ਕਰਾਂ, ਇਹ ਹੋਣਾ ਚਾਹੀਏ ਕਿ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਉਹਦੇ ਉਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਨਾਮ ਸਹਿਜ ਸੁਭਾਵਕ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਣ ਨਾਲ ਸਾਡੇ ਮਨ ਵਿੱਚ ਵਸੇਗਾ। ਪਰ ਸਾਡੇ ਸਮਾਜ ਦਾ ਕੁਝ ਢਾਂਚਾ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਕਿ ਸ਼ਬਦ ਬਾਣੀ ਵਾਲੇ ਪਾਸੇ ਜਿਹੜਾ ਉਹ ਸਾਡਾ ਧਿਆਨ ਜਿਹੜਾ ਬਹੁਤ ਘਟ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪ੍ਰਬੰਧ ਹੋਵੇ ਕਿ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਹੋਵੇ, ਆਉਣ ਵਾਲੀ ਸੰਗਤ ਉਥੋਂ ਕੁਝ ਲੈ ਕੇ ਜਾਵੇ ਕਿ ਆ ਸਤਿਗੁਰੂ ਜੀ ਦੀ ਬਾਣੀ 'ਚ ਕਿਹਾ ਗਿਆ ਭਾਈ, ਸਤਿਗੁਰੂ ਦੀ ਬਾਣੀ 'ਚ ਇਹ ਕੁਝ ਆਖਿਆ ਗਿਆ, ਇਹ ਉਪਦੇਸ਼ ਹੈ, ਤੁਹਾਡੇ ਭਲੇ ਲਈ ਹੈ। ਸਤਿਗੁਰੂ ਜੀ ਨੇ ਆਪ ਥਾਂ ਪਰ ਥਾਂ ਜਾ ਕੇ ਸ਼ਬਦ ਨੂੰ ਪ੍ਰਚਾਰਿਆ। ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਪ੍ਰਚਾਰ ਫੇਰੀਆਂ, ਪ੍ਰਚਾਰ ਦੌਰੇ ਕੀਤੇ, ਇੰਨਾ ਲੰਮਾ ਪੈਂਡਾ ਕੀਤਾ, ਉਸ ਸਮੇਂ ਦੇ ਦੌਰਾਨ ਸਤਿਗੁਰੂ ਜੀ ਨੇ ਕੀ ਕੀਤਾ? ਅਸੀਂ ਇਤਿਹਾਸ ਚੋਂ ਹੀ ਪੜ੍ਹਦੇ ਹਾਂ ਨਾ। ਸ਼ਬਦ ਗਾਵਿਆ, ਸ਼ਬਦ ਸੁਣਾਇਆ, ਸ਼ਬਦ ਦੀ ਵਿਚਾਰ ਕੀਤੀ ਔਰ ਆਪਣੇ ਗਿਆਨ ਨਾਲ ਸਤਿਗੁਰੂ ਜੀ ਨੇ ਆਪਣੀ ਮਹਾਨ ਸ਼ਖਸੀਅਤ ਨਾਲ ਉਹਨਾਂ ਦੇ ਮਨਾਂ ਨੂੰ ਬਦਲ ਦਿੱਤਾ। ਪਰ ਕੀ ਅੱਜ ਗੁਰਦੁਆਰਾ ਸਾਹਿਬਾਨ ਜਾਂ ਧਾਰਮਿਕ ਸਥਾਨ ਜਿਹੜੇ ਉਹਨਾਂ ਤੇ ਉਸੇ ਤਰ੍ਹਾਂ ਹੀ ਕਈ ਅਜਿਹੇ ਵੀ ਹਨ ਜਿੱਥੇ ਸਤਿਗੁਰੂ ਦੀ ਬਾਣੀ ਦੀ ਬੜੇ ਸੁਚੱਜੇ ਢੰਗ ਨਾਲ ਵਿਚਾਰ ਹੁੰਦੀ ਹੈ। ਦਾਸ ਇਸ ਗੱਲ ਤੋਂ ਬੇਹੱਦ ਪ੍ਰਭਾਵਿਤ ਹੈ ਕਿ ਇਸੇ ਇਲਾਕੇ ਦੇ ਵਿੱਚ ਆਪ ਜੀ ਦੇ ਨਗਰ ਦੇ ਵਿੱਚ, ਮੁਖਰਜੀ ਨਗਰ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਉਸ ਜਗ੍ਹਾ ਦੇ ਉੱਤੇ ਸੰਗਤ ਪੋਥੀਆਂ ਲੈ ਕੇ ਬੈਠਦੀ ਹੈ। ਸਟੇਜ ਦੇ ਉੱਤੋਂ ਇੱਕ ਸ਼ਬਦ ਜਿਹੜਾ ਉਹ ਸਾਂਝੇ ਰੂਪ ਵਿੱਚ ਅੱਗੇ ਪੜ੍ਹਿਆ ਜਾਂਦਾ ਹੈ, ਪਿੱਛੇ ਸੰਗਤ ਉਸ ਨੂੰ ਪੜ੍ਹਦੀ ਹੈ। ਫਿਰ ਉਸ ਸ਼ਬਦ ਦੀ ਅੱਖਰ ਅੱਖਰ ਦੀ ਗੱਲ ਵਿਚਾਰ ਹੁੰਦੀ ਹੈ ਕਿ ਸਤਿਗੁਰੂ ਜੀ ਨੇ ਇਸ ਪੰਕਤੀ 'ਚ ਕੀ ਆਖਿਆ, ਇਸ ਪੰਕਤੀ 'ਚ। ਸਾਰੀ ਸੰਗਤ ਪੋਥੀਆਂ ਲੈ ਕੇ ਬੈਠੀ ਹੈ ਤੇ ਉਹਦੇ ਵਿੱਚੋਂ ਉਹ ਪੜ੍ਹ ਰਹੀ ਹੈ, ਉਹਦੇ ਵਿੱਚੋਂ ਉਹ ਆਪ ਸਮਝ ਰਹੀ ਹੈ ਪੋਥੀਆਂ ਲੈ ਕੇ। ਸਵਾਦ ਹੋਇਆ ਨਾ ਕਿ ਕੁਝ ਸਿੱਖ ਕੇ ਗੁਰੂ ਘਰ ਦੇ ਵਿੱਚੋਂ ਸੰਗਤ ਜਾਵੇਗੀ, ਕੋਈ ਰਸ ਹੋਇਆ। ਪ੍ਰਚਾਰ ਇਹਨੂੰ ਕਹਿੰਦੇ ਨੇ ਕਿ ਸ਼ਬਦ ਲੋਕਾਂ ਦੇ ਹਿਰਦਿਆਂ ਤੱਕ ਪਹੁੰਚ ਜਾਵੇ। ਗੁਰਬਾਣੀ ਦਾ ਵਿਚਾਰ ਜਿਹੜਾ ਹੈ ਉਹਨੂੰ ਸੰਗਤ ਗ੍ਰਹਿਣ ਕਰ ਰਹੀ ਹੈ, ਪ੍ਰਚਾਰ ਦਾ ਇੱਕ ਸਾਧਨ ਬਣ ਗਿਆ। ਕਿੰਨਾ ਵਧੀਆ ਸਾਧਨ! ਇਹ ਪ੍ਰਬੰਧ ਹੋਣਾ ਚਾਹੀਦਾ ਸੀ ਉਹਨਾਂ ਥਾਵਾਂ ਤੇ। ਔਰ ਮੈਂ ਬੇਨਤੀ ਕਰਦਾ ਕਿ ਅਕਾਲ ਪੁਰਖ ਜੀ ਨੇ ਬਹੁਤਾਤ ਲੋਕਾਂ ਨੂੰ ਬੇਹੱਦ ਧਨ ਦਿੱਤਾ ਹੈ, ਦੌਲਤ ਦਿੱਤੀ ਹੈ, ਅਮੀਰੀ ਦਿੱਤੀ ਹੈ। ਪਰ ਗੁਰੂ ਕੇ ਪਿਆਰ ਵਾਲਿਓ, ਆਪਣੀ ਇਸ ਅਮੀਰੀ ਨੂੰ ਥੋੜਾ ਜਿਹਾ ਇਸ ਪਾਸੇ ਵੀ ਲਾਈਏ ਜਿੱਥੇ ਅਸੀਂ ਹੋਰ ਸੇਵਾਵਾਂ ਕਰਦੇ ਹਾਂ ਤੇ ਕਰਨੀਆਂ ਨੇ, ਉੱਥੇ ਅਸੀਂ ਕੀ ਇਹ ਸੇਵਾ ਨਹੀਂ ਕਰ ਸਕਦੇ ਹਾਂ ਕਿ ਗੁਰਬਾਣੀ ਦੀਆਂ ਸਟੀਕਾਂ, ਗੁਰਬਾਣੀ ਦੀਆਂ ਪੋਥੀਆਂ, ਸਤਿਗੁਰੂ ਜੀ ਦੀ ਬਾਣੀ ਦੇ ਪ੍ਰਚਾਰ ਦਾ ਪ੍ਰਬੰਧ ਅਸੀਂ ਆਪਣੇ ਥੋੜੇ ਜਿਹੇ ਧਨ ਨੂੰ ਖਰਚ ਕਰਕੇ ਉਹ ਪ੍ਰਬੰਧ ਵੀ ਕਰੀਏ ਤਾਂ ਕਿ ਆਪ ਵੀ ਅਸੀਂ ਬਾਣੀ ਦਾ ਲਾਹਾ ਲੈ ਸਕੀਏ ਤੇ ਸੰਗਤ ਤੱਕ ਵੀ ਬਾਣੀ ਦਾ ਲਾਹਾ ਪਹੁੰਚਾ ਸਕੀਏ। ਆਪ ਜਪੈ ਅਵਰਾ ਨਾਮ ਜਪਾਵੇ ਦਾ ਇਹੀ ਮਤਲਬ ਹੈ, ਗੁਰੂ ਦੀ ਗੱਲ ਮੇਰੇ ਕੰਨਾਂ ਤੱਕ ਪਹੁੰਚੇ। ਤੇ ਸਤਿਗੁਰੂ ਜੀ ਤੁਹਾਡੀ ਗੱਲ ਹੈ, ਮੈਂ ਆਪਣੇ ਸੰਸਾਰ ਦੇ ਬਾਕੀ ਭਰਾਵਾਂ ਨਾਲ ਵੀ ਉਸ ਨੂੰ ਸਾਂਝਿਆ ਕਰ ਲਵਾਂ, ਕਿਉਂਕਿ ਉਹ ਵੀ ਤੁਹਾਡੇ ਪੈਦਾ ਕੀਤੇ ਹੋਏ ਨੇ। ਕਿੱਡਾ ਭਲਾ ਕੰਮ ਹੈ, ਕਿੱਡਾ ਉੱਤਮ ਕੰਮ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਾਡਾ ਸਿਸਟਮ ਬਣਨਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਜੋ ਸਮਾਜ 'ਚ ਭਰਮ ਭੁਲੇਖੇ ਪਏ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਾਰੇ ਕੁਝ ਲੋਕ ਭਰਮ ਭੁਲੇਖੇ ਖੜੇ ਕਰ ਰਹੇ ਨੇ, ਕਈ ਕਿਸਮਾਂ ਦੇ ਉਪੱਦਰ ਕਰ ਰਹੇ ਨੇ, ਉਹ ਆਪੇ ਖਤਮ ਹੋ ਜਾਣਗੇ ਜਦੋਂ ਸਾਡੇ ਸਾਹਮਣੇ ਸਤਿਗੁਰੂ ਦੀ ਬਾਣੀ ਹੋਵੇ। ਅਸੀਂ ਬਾਣੀ ਨੂੰ ਖੁਦ ਪੜ੍ਹਨਾ, ਵਿਚਾਰਨਾ, ਸਮਝਣਾ ਸਿੱਖਾਂਗੇ ਤਾਂ ਆਪੇ ਹੀ ਸ਼ੰਕੇ ਦਰ ਬਦਰ ਬਿਨਸਦੇ ਜਾਣਗੇ। ਗੁਰੂ ਕਿਰਪਾ ਕਰੇ। ਸਤਿਗੁਰੂ ਜੀ ਆਖਦੇ ਹਨ, ਰਾਮ ਰਸਾਇਣ ਇਹ ਮਨ ਮਾਤਾ, ਮਨ ਮਸਤ ਹੋ ਗਿਆ। ਸਰਬ ਰਸਾਇਣ ਗੁਰਮੁਖ ਜਾਤਾ।
ਉਹ ਸਾਰੇ ਰਸਾਂ ਦਾ ਸ਼੍ਰੋਮਣੀ ਰਸ, ਨਾਮ ਦਾ ਰਸ ਗੁਰੂ ਦੇ ਰਾਹੀਂ ਮੈਂ ਜਾਣ ਲਿਆ ਹੈ, ਗੁਰੂ ਦੇ ਰਾਹੀਂ ਜਾਣ ਲਿਆ, ਸਮਝ ਲਿਆ ਹੈ ਕਿ ਉਸ ਦਾ ਆਨੰਦ ਕੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਭਗਤ ਹੇਤ ਗੁਰ ਚਰਨ ਨਿਵਾਸਾ। ਗੁਰੂ ਦੀ ਭਗਤੀ ਦਾ ਹੇਤ, ਹੇਤ ਦਾ ਮਤਲਬ ਹੁੰਦਾ ਪਿਆਰ ਜਾਗ ਪਿਆ ਮਨ ਦੇ ਅੰਦਰ, ਤੇ ਪ੍ਰਭੂ ਦੇ ਚਰਨਾਂ ਨਾਲ ਸਾਂਝ ਬਣ ਗਈ, ਨਿਵਾਸ ਹੋ ਗਿਆ ਮਨ ਦਾ। ਅਕਸਰ ਹੀ ਅਸੀਂ ਕਿਸੇ ਪ੍ਰਾਣੀ ਦੇ ਚਲਾਣੇ ਤੇ ਕਹਿੰਦੇ ਆ, ਪ੍ਰਭੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਸਤਿਗੁਰੂ ਜੀ ਹੁਣ ਹੀ ਕਹਿ ਰਹੇ ਨੇ, ਗੁਰੂ ਨੂੰ ਮਿਲੇਗਾ ਨਾ, ਸ਼ਬਦ ਨੂੰ ਕਮਾਏਗਾ ਨਾ, ਭਗਤ ਹੇਤ, ਭਗਤੀ ਨਾਲ ਹੇਤ ਪਿਆਰ ਬਣੇਗਾ, ਤੇ ਹਰ ਚਰਨ ਨਿਵਾਸਾ, ਪ੍ਰਭੂ ਦੇ ਚਰਨਾਂ 'ਚ ਤੇਰਾ ਮਨ ਨਿਵਾਸ ਕਰੇਗਾ, ਤੇ ਪ੍ਰਭੂ ਦੇ ਚਰਨ ਤੇਰੇ ਹਿਰਦੇ ਦੇ ਵਿੱਚ ਆ ਕੇ ਟਿਕ ਜਾਣਗੇ। ਹੁਣੇ ਇਹ ਨਿਵਾਸ ਹੁਣੇ ਹੀ ਹੋਣਾ ਚਾਹੀਦਾ। ਸਤਿਗੁਰੂ ਜੀ ਆਖਦੇ ਹਨ, ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ। ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਰ ਜਨ ਕੇ ਦਾਸਨ ਦਾਸਾ। हे ਵਾਹਿਗੁਰੂ ਜੀ, ਜਿਨ੍ਹਾਂ ਨੇ ਇਹ ਜੀਵਨ ਹੰਢਾਇਆ, ਜਿਹੜੇ ਇਹ ਜੀਵਨ ਹੰਢਾ ਰਹੇ ਨੇ, ਜਿਨ੍ਹਾਂ ਨੂੰ ਤੇਰੀ ਇਹ ਮਤ ਬੁੱਧ ਆਈ ਹੈ, ਜਿਨ੍ਹਾਂ ਨੂੰ ਤੁਹਾਡੇ ਦੁਆਰਾ ਬਖਸ਼ਿਸ਼ ਕੀਤਾ ਇਹ ਜੀਵਨ ਮਿਲ ਗਿਆ, ਤੁਹਾਡੇ ਉਹਨਾਂ ਦਾਸਾਂ ਦਾ ਵੀ ਮੈਂ ਦਾਸ ਬਣ ਜਾਵਾਂ। ਕਿੰਨੇ ਉੱਚੇ ਜੀਵਨ ਵਾਲੇ ਨੇ ਉਹ, ਮੈਂ ਉਹਨਾਂ ਦਾ ਵੀ ਦਾਸ ਬਣ ਜਾਵਾਂ, ਨਿਮਾਣਾ ਨਿਤਾਣਾ ਹੋ ਕੇ ਮੈਂ ਉਹਨਾਂ ਦੇ ਕੋਲੋਂ ਕੁਝ ਗ੍ਰਹਿਣ ਕਰ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ। ਗੁਰੂ ਗ੍ਰੰਥ ਸਾਹਿਬ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਰਬੱਤ ਸੰਗਤ ਦਾ, ਪ੍ਰਬੰਧਕਾਂ ਦਾ ਬਹੁਤ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਗੁਰੂ ਦੇ ਦਰ ਤੋਂ ਸਿੱਖੀ, ਗੁਰਮਤਿ ਦੀ ਦਾਤ ਪ੍ਰਾਪਤ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।